ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਸਤਿ ਸ਼੍ਰੀ ਅਕਾਲ ਜੀ, ਹਮਦਰ ਟੀਵੀ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਤੇ ਅੱਜ ਅਸੀਂ ਜਿਸ ਮੁੱਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈ ਸਪਾਊਸਲ ਸਪਾਂਸਰਸ਼ਿਪ ਤੇ ਇਹਦੇ ਬਾਰੇ ਵਿੱਚ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣਗੇ ਮੈਕਸ ਲਾਈਫ ਇਮੀਗ੍ਰੇਸ਼ਨ ਤੋਂ ਬਬਲਦੀਪ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਮਦਰਦ ਮੀਡੀਆ ਗਰੁੱਪ 'ਚ। ਸਤਿ ਸ਼੍ਰੀ ਅਕਾਲ ਜੀ ਅਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ, ਤੁਹਾਡੀ ਵੀ ਕੋਈ ਕੁਆਰੀ ਹੈਗੀ ਹੈ ਤਾਂ ਤੁਸੀਂ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਤੇ ਨਾਲ ਦੀ ਨਾਲ ਜੇਕਰ ਤੁਸੀਂ ਸਾਡਾ ਫੇਸਬੁੱਕ ਤੇ ਦੇਖ ਰਹੇ ਹੋ ਪ੍ਰੋਗਰਾਮ ਤਾਂ ਤੁਸੀਂ ਫੇਸਬੁੱਕ ਦੇ ਉੱਤੇ ਮੈਸੇਜ ਕਰਕੇ ਵੀ ਜਿਹੜੀ ਆਪਣੀ ਕੁਆਰੀ ਛੱਡ ਸਕਦੇ ਹੋ। ਤੁਸੀਂ ਮੈਕਸ ਲਾਈਫ ਇਮੀਗ੍ਰੇਸ਼ਨ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ, ਇਹਨਾਂ ਤੋਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਮ ਦੇ ਨੀਚੇ ਇਹਨਾਂ ਦੇ ਨੰਬਰ ਦਿੱਤੇ ਹੋਏ ਨੇ ਆਫਿਸ ਤੇ, ਤੁਸੀਂ ਇੱਥੇ ਸੰਪਰਕ ਸਾਧ ਸਕਦੇ ਹੋ। ਸਭ ਤੋਂ ਪਹਿਲਾਂ ਜਿਵੇਂ ਸਾਰੇ ਵੇਟ ਕਰ ਰਹੇ ਨੇ ਸਪਾਊਸਲ ਸਪਾਂਸਰਸ਼ਿਪ ਦੀ, ਬਹੁਤ ਸਾਰੇ ਸਾਡੇ ਦਰਸ਼ਕ ਜਿਹੜੇ ਨੇ ਉਹ ਹੁਣ ਆਉਣ ਵਾਲੇ ਸੀਜ਼ਨ ਦੇ ਵਿੱਚ ਵਾਪਸ ਆਪਣੀਆਂ ਕੰਟਰੀਜ਼ ਵਿੱਚ ਜਾਣ ਵਾਲੇ ਨੇ, ਕਈਆਂ ਦੀ ਮੈਰਿਜ ਹੋਣ ਵਾਲੀ ਹੈ ਤਾਂ ਅਜਿਹੇ ਵਿੱਚ ਸਭ ਦਾ ਇਹੀ ਸਵਾਲ ਹੋਏਗਾ ਕਿ ਸਪਾਊਸਲ ਸਪਾਂਸਰਸ਼ਿਪ ਦੇ ਬਾਰੇ ਵਿੱਚ ਵੱਧ ਤੋਂ ਵੱਧ ਜਾਣਕਾਰੀ ਹਾਸਲ ਕੀਤੀ ਜਾ ਸਕੇ। ਸੋ ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਸਪਾਊਸਲ ਸਪਾਂਸਰਸ਼ਿਪ ਵੈਸੇ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਤੇ ਕਿੱਥੇ ਅਸੀਂ ਆਪਣੇ ਸਪਾਊਸ ਨੂੰ ਸਪਾਂਸਰ ਕਰ ਸਕਦੇ ਹਾਂ? ਸ਼ੋਰ ਸਪਾਊਸਲ ਸਪਾਂਸਰਸ਼ਿਪ ਬੇਸਿਕਲੀ ਇਨਲੈਂਡ ਐਂਡ ਆਊਟਲੈਂਡ ਹੁੰਦੀ ਹੈ। ਸੋ ਇਨਲੈਂਡ ਸਪਾਊਸਲ ਸਪਾਂਸਰਸ਼ਿਪ ਮੀਨਸ ਅਗਰ ਤੁਹਾਡੇ ਸਪਾਊਸ ਜਿਹੜੇ ਕੈਨੇਡਾ 'ਚ ਪ੍ਰੈਜ਼ੈਂਟ ਨੇ ਤੇ ਤੁਸੀਂ ਉਸ ਟਾਈਮ ਉਹਨਾਂ ਦਾ ਪ੍ਰੋਸੈਸ ਸਟਾਰਟ ਕਰਵਾ ਰਹੇ ਹੋ। ਆਊਟਲੈਂਡ ਮੀਨਸ ਅਗਰ ਤੁਹਾਡੇ ਜਿਹੜੇ ਸਪਾਊਸ ਹੈਗੇ ਨੇ ਆਊਟਸਾਈਡ ਕੈਨੇਡਾ ਨੇ ਐਂਡ ਫਿਰ ਤੁਸੀਂ ਪ੍ਰੋਸੈਸ ਸਟਾਰਟ ਕਰ ਰਹੇ ਹੋ। ਇਹਦੇ ਵਿੱਚ ਕੀ ਹੁੰਦਾ, ਕਈ ਵਾਰ ਇਹ ਕਨਫਿਊਜ਼ਨ ਹੋ ਜਾਂਦੀ ਹੈ ਕਿ ਇਨ ਕੇਸ ਅਗਰ ਸਾਡੀ ਮੈਰਿਜ ਕੈਨੇਡਾ ਦੇ ਵਿੱਚ ਹੋਈ ਆ ਐਂਡ ਬਟ ਮੇਰੇ ਸਪਾਊਸ ਆਊਟਸਾਈਡ ਚਲੇ ਗਏ ਨੇ ਤਾਂ ਮੈਨੂੰ ਇਨਲੈਂਡ ਕਰਨਾ ਚਾਹੀਦਾ ਕਿ ਆਊਟਲੈਂਡ ਕਰਨਾ ਚਾਹੀਦਾ ਕਿਉਂਕਿ ਸਾਡੀ ਮੈਰਿਜ ਕੈਨੇਡਾ 'ਚ ਹੋਈ ਆ। ਸੋ ਡਿਪੈਂਡ ਕਰਦਾ ਤੁਹਾਡੇ ਜਿਹੜੀ ਸਪਾਊਸ ਦੀ ਪ੍ਰੈਜ਼ੈਂਸ ਕਿੱਥੇ ਹੈਗੀ ਜੋ ਤੁਸੀਂ ਪ੍ਰੋਸੈਸ ਸਟਾਰਟ। ਅਗਰ ਉਹ ਕੈਨੇਡਾ ਲੀਵ ਕਰ ਚੁੱਕੇ ਨੇ ਆਊਟਸਾਈਡ ਨੇ ਤਾਂ ਤੁਹਾਨੂੰ ਆਊਟਲੈਂਡ ਪ੍ਰੋਸੈਸ ਦੇ ਅੰਡਰ ਅਪਲਾਈ ਕਰਨਾ ਪਏਗਾ। ਸੈਕਿੰਡ ਹੈਗਾ ਇਨਲੈਂਡ ਦੇ ਵਿੱਚ ਤੁਸੀਂ ਨਾਲ ਦੀ ਨਾਲ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਆਪਣੇ ਸਪਾਊਸ ਦਾ। ਸੋ ਅਗਰ ਤੁਹਾਡੇ ਸਪਾਊਸ ਕੈਨੇਡਾ ਦੇ ਵਿੱਚ ਵਿਜ਼ਿਟਰ ਨੇ, ਸਟੂਡੈਂਟ ਨੇ ਜਾਂ ਵਰਕ ਪਰਮਿਟ ਹੋਲਡਰ ਨੇ ਤਾਂ ਅਗਰ ਵਰਕ ਪਰਮਿਟ ਹੋਲਡਰ ਨੇ ਐਕਸਟੈਂਸ਼ਨ ਲੈ ਸਕਦੇ ਨੇ। ਅਗਰ ਵਿਜ਼ਿਟਰ ਐਂਡ ਸਟੂਡੈਂਟ ਹੈਗੇ ਨੇ ਤਾਂ ਤੁਸੀਂ ਜਿਹੜਾ ਉਹਨਾਂ ਦਾ ਸਟੇਟਸ ਹੈਗਾ ਕਨਵਰਟ ਕਰਵਾ ਸਕਦੇ ਹੋ ਵਰਕ ਪਰਮਿਟ ਦੇ ਵਿੱਚ। ਸੋ ਇਹ ਬੇਸਿਕ ਅਗਰ ਦੇਖਿਆ ਜਾਏ ਤਾਂ ਇਨਲੈਂਡ ਐਂਡ ਆਊਟਲੈਂਡ ਦੇ ਵਿੱਚ ਡਿਫਰੈਂਸ ਹੈਗਾ ਜੀ। ਤੇ ਅਸੀਂ ਜਿਵੇਂ ਹੁਣ ਇੱਕ ਇੱਕ ਕਰਕੇ ਅਸੀਂ ਇਹਨਾਂ ਦੀ ਅੱਗੇ ਡਿਟੇਲ ਜਾਣੀਏ। ਜਿਵੇਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਆਊਟਲੈਂਡ ਦੀ। ਜਿਵੇਂ ਹੁਣ ਅਸੀਂ ਦੇਖ ਰਹੇ ਹਾਂ ਕਿ ਅੱਗੇ ਮੈਰਿਜ ਸੀਜ਼ਨ ਵੀ ਆ ਰਿਹਾ, ਬਹੁਤ ਸਾਰੇ ਸਾਡੇ ਦਰਸ਼ਕ ਜਿਹੜੇ ਨੇ ਇੰਡੀਆ ਜਾਣ ਵਾਲੇ ਨੇ ਜਾਂ ਆਪਣੀਆਂ ਕੰਟਰੀਜ਼ ਦੇ ਵਿੱਚ ਜਾਣ ਵਾਲੇ ਨੇ, ਕੀ ਉਹਨਾਂ ਨੂੰ ਪ੍ਰੋਸੈਸ ਪਹਿਲਾਂ ਹੀ ਸਟਾਰਟ ਕਰ ਦੇਣਾ ਚਾਹੀਦਾ ਜਾਂ ਫਿਰ ਵਿਆਹ ਤੋਂ ਬਾਅਦ, ਉੱਥੇ ਵਿਆਹ ਜਾਣ ਤੋਂ ਬਾਅਦ, ਵਿਆਹ ਕਰਵਾਉਣ ਤੋਂ ਬਾਅਦ ਇਹਦੇ ਬਾਰੇ ਵਿੱਚ ਜਾਣਕਾਰੀ ਦੇਣੀ ਚਾਹੀਦੀ ਹੈ? ਸ਼ੋਰ ਬੇਸਿਕਲੀ ਉਹਨਾਂ ਨੂੰ ਸਜੈਸ਼ਨ ਇਹ ਹੈਗੀ ਕਿ ਪ੍ਰੋਸੈਸ ਜਿਹੜਾ ਹੈਗਾ ਤੁਸੀਂ ਪਹਿਲਾਂ ਅੰਡਰਸਟੈਂਡ ਕਰੋ ਕਿ ਕਿਸ ਤਰ੍ਹਾਂ ਤੁਸੀਂ ਪ੍ਰੋਸੈਸ ਸਟਾਰਟ ਕਰਵਾਉਣਾ। ਕਿਉਂਕਿ ਕਈ ਵਾਰ ਕੀ ਹੁੰਦਾ ਹੈ, ਅਸੀਂ ਦੇਖਿਆ ਕਿ ਜਦੋਂ ਕਲਾਇੰਟ ਇੰਡੀਆ ਤੋਂ ਵਾਪਸ ਆਉਂਦੇ ਨੇ ਬਟ ਉਹ ਆਪਣੇ ਕੰਮਾਂ ਦੇ ਵਿੱਚ ਇੱਥੇ ਆ ਕੇ ਇੱਕਦਮ ਬਿਜ਼ੀ ਹੋ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਮਹੀਨੇ 2 ਮਹੀਨੇ ਬਾਅਦ ਜਦੋਂ ਪ੍ਰੋਸੈਸ ਸਟਾਰਟ ਕਰਦੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਓਕੇ ਸਾਡੀ ਕਈ ਇਦਾਂ ਦੀਆਂ ਰਿਕੁਆਇਰਮੈਂਟਸ ਹੈਗੀਆਂ ਨੇ ਜਿਹੜੀ ਅਸੀਂ ਫੁੱਲਫਿਲ ਨਹੀਂ ਕਰ ਪਾ ਰਹੇ ਹੈਗੇ ਕਿਉਂਕਿ ਉਹਨਾਂ ਨੂੰ ਪਹਿਲਾਂ ਗਾਈਡੈਂਸ ਨਹੀਂ ਮਿਲੀ ਹੈਗੀ। ਸੋ ਬੈਟਰ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੀ ਕੰਟਰੀ ਜਾਣਾ ਹੈ ਵਿਆਹ ਦੇ ਲਈ ਜਾਂ ਅਗਰ ਤੁਸੀਂ ਇੱਥੇ ਵੀ ਵਿਆਹ ਕਰਵਾ ਰਹੇ ਹੋ ਤਾਂ ਪਹਿਲਾਂ ਤੁਹਾਨੂੰ ਰਿਕੁਆਇਰਮੈਂਟਸ ਜਿਹੜੀਆਂ ਹੈਗੀਆਂ ਨੇ ਕਲੀਅਰ ਹੋਣੀਆਂ ਚਾਹੀਦੀਆਂ ਨੇ ਕਿ ਤੁਹਾਡੇ ਬੇਸਿਕਲੀ ਕਿਹੜੇ ਇਦਾਂ ਦੇ ਡਾਕੂਮੈਂਟਸ ਹੈਗੇ ਨੇ ਜਿਨ੍ਹਾਂ ਤੋਂ ਬਿਨਾਂ ਐਪਲੀਕੇਸ਼ਨ ਨਹੀਂ ਲੱਗ ਸਕਦੀ। ਸੋ ਅਗਰ ਉਹ ਚੀਜ਼ਾਂ ਤੁਸੀਂ ਫੁੱਲਫਿਲ ਕਰ ਰਹੇ ਹੋ ਤਾਂ ਉਹ ਤੋਂ ਬਾਅਦ ਤੁਸੀਂ ਆਪਣੀ ਐਪਲੀਕੇਸ਼ਨ ਲਗਾ ਰਹੇ ਹੋ। ਡੈਫੀਨਿਟਲੀ ਜਿਹੜੀ ਐਪਲੀਕੇਸ਼ਨ ਹੈਗੀ ਆ ਉਸ ਟਾਈਮ ਸਬਮਿਟ ਹੁੰਦੀ ਹੈ ਜਦੋਂ ਤੁਹਾਡਾ ਵਿਆਹ ਹੋ ਚੁੱਕਿਆ ਹੁੰਦਾ। ਮੀਨਸ ਤੁਹਾਡੀ ਵਿਆਹ ਤੋਂ ਬਾਅਦ ਡਾਕੂਮੈਂਟੇਸ਼ਨ ਚਾਹੀਦੀ ਹੈਗੀ ਐਪਲੀਕੇਸ਼ਨ ਸਬਮਿਟ ਕਰਨ ਨੂੰ। ਪ੍ਰੋਸੈਸ ਤੁਸੀਂ ਪਹਿਲਾਂ ਸਟਾਰਟ ਕਰਵਾ ਸਕਦੇ ਹੋ ਬਟ ਸਬਮਿਸ਼ਨ ਬਾਅਦ ਦੇ ਵਿੱਚ ਹੁੰਦੀ ਆ। ਤੁਸੀਂ ਰਿਕੁਆਇਰਮੈਂਟਸ ਦੀ ਗੱਲ ਕੀਤੀ ਹੈ ਤਾਂ ਰਿਕੁਆਇਰਮੈਂਟਸ ਦੇ ਬਾਰੇ ਵਿੱਚ ਜਾਣਕਾਰੀ ਦਿਓ ਕਿਉਂਕਿ ਅਸੀਂ ਕਹਿ ਦਿੰਦੇ ਹਾਂ ਕਿ ਪ੍ਰੋਸੈਸ ਦੇ ਬਾਰੇ ਵਿੱਚ ਪਹਿਲਾਂ ਜਾਣਕਾਰੀ ਹੋਣਾ ਜ਼ਰੂਰੀ ਹੈ ਸੋ ਦੈਟ ਕਿ ਜੇ ਉਹ ਉੱਥੇ ਜਾਂਦੇ ਨੇ ਨਾਲ ਦੀ ਨਾਲ ਆਪਣੇ ਪੇਪਰ ਸਟੱਡੀ ਕਰਨਾ ਸਟਾਰਟ ਕਰ ਦੇਣ। ਸੋ ਰਿਕੁਆਇਰਮੈਂਟਸ ਸਭ ਤੋਂ ਪਹਿਲਾਂ ਗੱਲ ਕਰੀਏ ਰਿਕੁਆਇਰਮੈਂਟਸ ਕੀ ਹੋਣਗੀਆਂ? ਰਿਕੁਆਇਰਮੈਂਟਸ ਮੇਨ ਉਹਨਾਂ ਦੀ ਆ ਜਾਂਦੀਆਂ ਨੇ ਕਿ ਏਜ, ਸਭ ਤੋਂ ਪਹਿਲਾਂ ਏਜ 18+ ਹੋਣੀ ਚਾਹੀਦੀ ਆ। ਸੈਕਿੰਡ ਹੈਗਾ ਅਗਰ ਉਹ ਸੋਸ਼ਲ ਬੈਨੀਫਿਟਸ ਤੇ ਹੈਗੇ ਨੇ, ਅਗਰ ਉਹ ਸੋਸ਼ਲ ਬੈਨੀਫਿਟਸ ਤੇ ਹੈਗੇ ਨੇ ਬੇਸਿਕਲੀ ਜਿਹੜਾ ਸਪਾਂਸਰ ਹੈਗਾ ਉਹ ਐਲੀਜੀਬਲ ਨਹੀਂ ਹੈਗਾ ਆਪਣੇ ਸਪਾਊਸ ਨੂੰ ਬੁਲਾਉਣ ਦੇ ਲਈ। ਸੋਸ਼ਲ ਬੈਨੀਫਿਟਸ ਦੇ ਵਿੱਚ ਇੱਕ ਡਿਸੇਬਿਲਿਟੀ ਆ ਜਾਂਦੀ ਹੈ। ਅਗਰ ਤੁਸੀਂ ਡਿਸੇਬਿਲਿਟੀ ਬੈਨੀਫਿਟਸ ਤੇ ਹੈਗੇ ਹੋ, ਅਗਰ ਤੁਸੀਂ ਡਿਸੇਬਿਲਿਟੀ ਤੇ ਹੈਗੇ ਹੋ ਫਿਰ ਤੁਸੀਂ ਆਪਣੇ ਸਪਾਊਸ ਨੂੰ ਇੱਥੇ ਸਪਾਂਸਰ ਕਰ ਸਕਦੇ ਹੋ ਬਟ ਅਗਰ ਜਸਟ ਸੋਸ਼ਲ ਬੈਨੀਫਿਟਸ ਤੇ ਹੈਗੇ ਹੋ ਫਿਰ ਨਹੀਂ ਤੁਸੀਂ ਕਰ ਸਕਦੇ। ਸੈਕਿੰਡ ਹੈ ਅਗਰ ਤੁਹਾਡੇ ਅਗੇਂਸਟ ਕੋਈ ਵੀ ਕ੍ਰਿਮੀਨਲ ਚਾਰजेस ਹੈਗੇ ਨੇ ਤਾਂ ਵੀ ਤੁਸੀਂ ਆਪਣੇ ਸਪਾਊਸ ਨੂੰ ਇੱਥੇ ਨਹੀਂ ਬੁਲਾ ਸਕਦੇ ਹੈਗੇ। ਤੁਸੀਂ ਬੈਂਕਰਪਸੀ ਕੀਤੀ ਹੈਗੀ ਆ ਈਵਨ ਦੈਨ ਉਹ ਵੀ ਇੱਕ ਰਿਕੁਆਇਰਮੈਂਟ ਆ ਜਾਂਦੀ ਹੈ ਕਿ ਤੁਸੀਂ ਐਲੀਜੀਬਿਲਿਟੀ ਨਹੀਂ ਕਲੀਅਰ ਕਰਦੇ ਹੈਗੇ। ਸੋ ਇਦਾਂ ਦੀ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਪਹਿਲਾਂ ਦੇਖਣੀਆਂ ਪੈਂਦੀਆਂ ਨੇ ਅਗਰ ਤੁਸੀਂ ਆਪਣੇ ਸਪਾਊਸ ਨੂੰ ਸਪਾਂਸਰ ਕਰਨਾ ਆ। ਇਸ ਤੋਂ ਇਲਾਵਾ ਕੀ ਕੋਈ ਫੰਡਸ ਵਗੈਰਾ ਵੀ ਸ਼ੋ ਕਰਨੇ ਪੈਂਦੇ ਆ? ਇਹ ਕੁਐਸਚਨ ਕਾਫੀ ਪੁੱਛਿਆ ਜਾਂਦਾ ਹੈ ਫੰਡਸ ਦੇ ਰਿਲੇਟਡ ਬਟ ਜਦੋਂ ਆਪਾਂ ਸਪਾਊਸਲ ਸਪਾਂਸਰਸ਼ਿਪ ਕਰਦੇ ਚਾਹੇ ਉਹ ਇਨਲੈਂਡ ਹੋਵੇ ਚਾਹੇ ਆਊਟਲੈਂਡ ਤਾਂ ਫੰਡਸ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਹੈਗੀ ਬਟ ਉਹਦੇ ਵਿੱਚ ਫੰਡਸ ਦੀ ਰਿਕੁਆਇਰਮੈਂਟ ਉਸ ਟਾਈਮ ਆਉਂਦੀ ਹੈ ਜਦੋਂ ਤੁਸੀਂ ਆਪਣੇ ਡਿਪੈਂਡੈਂਟ ਚਿਲਡਰਨ ਦੇ ਅੱਗੇ ਚਿਲਡਰਨ ਨੂੰ ਤੁਸੀਂ ਸਪਾਂਸਰ ਕਰ ਰਹੇ ਹੋ। ਸੋ ਬੇਸਿਕਲੀ ਅਗਰ ਆਪਣੇ ਸਪਾਊਸ ਨੂੰ ਪਲੱਸ ਬੱਚੇ ਨੂੰ ਸਪਾਂਸਰ ਕਰ ਰਹੇ ਹੋ ਦੈਨ ਇਟਸ ਓਕੇ, ਫਿਰ ਤੁਹਾਨੂੰ ਕੋਈ ਵੀ ਦਿਖਾਉਣ ਦੀ ਫੰਡਸ ਦਿਖਾਉਣ ਦੀ ਜ਼ਰੂਰਤ ਨਹੀਂ ਬਟ ਅੱਗੇ ਤੁਸੀਂ ਉਹਨਾਂ ਦੇ ਬੱਚਿਆਂ ਨੂੰ ਸਪਾਂਸਰ ਕਰ ਰਹੇ ਹੋ ਫਿਰ ਤੁਹਾਨੂੰ ਇਨਕਮ ਜਿਹੜੀ ਹੈਗੀ ਮੀਟ ਕਰਨੀ ਪੈਂਦੀ ਹੈਗੀ ਆ। ਸੋ ਇਨ ਮੋਸਟ ਆਫ ਦਾ ਸਿਨੈਰੀਓਸ ਤੁਹਾਨੂੰ ਫੰਡਸ ਦਿਖਾਉਣ ਦੀ ਲੋੜ ਨਹੀਂ ਹੈਗੀ। ਹੁਣ ਇਹਦੇ ਨਾਲ ਪਲੱਸ ਇੱਕ ਆਉਂਦਾ ਹੈ ਜੌਬ ਦੇ ਰਿਲੇਟਡ। ਕਈ ਕੁਐਸਚਨ ਪੁੱਛਦੇ ਨੇ ਕਿ ਸਾਡੀ ਜੌਬ ਉਸ ਟਾਈਮ ਹੋਣੀ ਚਾਹੀਦੀ ਹੈਗੀ ਆ।
ਇਟਸ ਨਾਟ ਅ ਰਿਕੁਆਇਰਮੈਂਟ ਕਿ ਤੁਹਾਡੀ ਜੌਬ ਹੋਣੀ ਹੀ ਚਾਹੀਦੀ ਹੈ, ਕਿਉਂਕਿ ਕਾਫੀ ਇਦਾਂ ਦੇ ਕੇਸਿਸ ਵੀ ਹੁੰਦੇ ਨੇ ਜਿਨ੍ਹਾਂ ਵਿੱਚ ਜਿਹੜੇ ਉਹਦੇ ਸਪਾਂਸਰਸ ਹੈਗੇ ਨੇ ਇੱਥੇ ਸਟੱਡੀ ਪਰਮਿਟ ਦੇ ਉੱਪਰ ਹੁੰਦੇ ਨੇ। ਸੋ ਅਗਰ ਤੁਹਾਡੀ ਜੌਬ ਹੈਗੀ ਹੈ, ਡੈਫੀਨੇਟਲੀ ਜਿਹੜੀ ਤੁਹਾਡੀ ਜ਼ਿਆਦਾ ਜਿਹੜੀ ਇਨਕੁਆਇਰੀ ਹੈਗੀ ਉਹ ਨਹੀਂ ਹੁੰਦੀ। ਅਗਰ ਤੁਹਾਡੇ ਕੋਲ ਜੌਬ ਨਹੀਂ ਹੈਗੀ ਤਾਂ ਤੁਹਾਨੂੰ ਇਹ ਚੀਜ਼ ਸ਼ੋਅ ਕਰਨੀ ਪੈਂਦੀ ਹੈ ਕਿ ਕੱਲ ਨੂੰ ਅਗਰ ਤੁਹਾਡੇ ਸਪਾਊਸ ਇੱਥੇ ਆਉਂਦੇ ਨੇ ਤਾਂ ਜਿਹੜੇ ਉਹਨਾਂ ਦੇ ਇੱਥੇ ਲਿਵਿੰਗ ਐਕਸਪੈਂਸਿਸ ਹੈਗੇ ਨੇ ਤੁਸੀਂ ਉਹ ਕਿਸ ਤਰ੍ਹਾਂ ਕਵਰ ਕਰ ਸਕਦੇ ਹੋ। ਜਾਂ ਤਾਂ ਤੁਹਾਡੇ ਅਕਾਊਂਟ ਦੇ ਵਿੱਚ ਇਸ ਹਿਸਾਬ ਨਾਲ ਫੰਡਸ ਹੋਣ ਕਿ ਤੁਸੀਂ ਉਹਨਾਂ ਦੇ ਪਰਟੀਕੁਲਰ ਟਾਈਮ ਪੀਰੀਅਡ ਦੇ ਲਈ ਜਿਹੜੇ ਹੈਗੇ ਨੇ ਐਕਸਪੈਂਸਿਸ ਬੀਅਰ ਕਰ ਸਕਦੇ ਹੋ, ਜਾਂ ਫਿਰ ਇੱਥੇ ਤੁਹਾਡੇ ਕੋਈ ਫੈਮਿਲੀ ਮੈਂਬਰ ਇਦਾਂ ਦਾ ਹੋਵੇ ਜਿਹੜੇ ਰਿਸਪੌਂਸਿਬਿਲਿਟੀ ਲੈਂਦਾ ਹੋਵੇ ਕਿ ਜਦੋਂ ਤੱਕ ਸਪਾਂਸਰ ਦੇ ਕੋਲ ਜੌਬ ਨਹੀਂ ਹੋਏਗੀ ਤਾਂ ਉਸ ਟਾਈਮ ਅਸੀਂ ਇਹਨਾਂ ਦੇ ਫੰਡਸ ਲਿਵਿੰਗ ਐਕਸਪੈਂਸਿਸ ਦੀ ਅਸੀਂ ਟੇਕ ਕੇਅਰ ਕਰਾਂਗੇ। ਸੋ ਬੇਸਿਕਲੀ ਜੌਬ ਇਜ਼ ਨਾਟ ਅ ਰਿਕੁਆਇਰਮੈਂਟ, ਬਟ ਹਾਂ ਅਗਰ ਤੁਹਾਡੀ ਜੌਬ ਹੈਗੀ ਹੈ ਤੇ ਪ੍ਰੋਸੈਸ ਨੂੰ ਥੋੜਾ ਸਮੂਥ ਕਰ ਦਿੰਦੀ ਹੈ। ਸੋ ਬੇਸਿਕਲੀ ਆਹ ਡਿਫਰੈਂਸ ਹੈਗਾ ਜੌਬ ਹੋਣ ਤੇ ਨਾ ਹੋਣ ਦੇ ਵਿੱਚ। ਇਹ ਤਾਂ ਤੁਸੀਂ ਦੱਸਿਆ ਕਿ ਜਿਨ੍ਹਾਂ ਨੇ ਐਪਲੀਕੇਸ਼ਨ ਲਗਾਉਣੀ ਆ, ਮੇਨ ਐਪਲੀਕੈਂਟ ਜਿਨ੍ਹਾਂ ਨੇ ਸਪਾਊਸਲ ਆਪਣੇ ਸਪਾਊਸ ਨੂੰ ਬੁਲਾਉਣਾ, ਤੇ ਸਪਾਊਸ ਦੇ ਲਈ ਜਿਨ੍ਹਾਂ ਦੀ ਐਪਲੀਕੇਸ਼ਨ ਲੱਗਣੀ ਆ ਕਿ ਉਹਨਾਂ ਨੂੰ ਵੀ ਕੋਈ ਰਿਕੁਆਇਰਮੈਂਟਸ ਫੁਲਫਿਲ ਕਰਨੀਆਂ ਪੈਂਦੀਆਂ ਨੇ? ਲੱਕੀਲੀ ਉਹਨਾਂ ਦੇ ਲਈ ਕੋਈ ਖਾਸ ਰਿਕੁਆਇਰਮੈਂਟਸ ਨਹੀਂ ਹੈਗੀਆਂ, ਜਿੱਦਾਂ ਕਿ ਸਭ ਤੋਂ ਪਹਿਲਾਂ ਆਇਲਸ ਦੀ ਕੁਐਸਚਨ ਆ ਜਾਂਦਾ ਕਿ ਸਾਨੂੰ ਆਇਲਸ ਕਰਨੀ ਪਏਗੀ ਜਾਂ ਨਹੀਂ। ਮੋਸਟ ਆਫ ਦਾ ਕੈਟਾਗਰੀਜ਼ ਦੇ ਵਿੱਚ ਆਇਲਸ ਕਰਨੀ ਪੈਂਦੀ ਹੈ। ਸੋ ਇੱਕ ਵਿਜ਼ਿਟਰ ਹੋ ਗਏ, ਐਂਡ ਸੈਕੰਡ ਇੱਕ ਕੈਟਾਗਰੀ ਹੈਗੀ ਸਪਾਂਸਰਸ਼ਿਪ, ਜਿਹਦੇ ਵਿੱਚ ਤੁਹਾਨੂੰ ਆਇਲਸ ਨਹੀਂ ਕਰਨੀ ਪੈਂਦੀ। ਸੋ ਮੇਨ ਇਹ ਹੈਗਾ ਕਿ ਉਹਨਾਂ ਦੀ ਮੈਡੀਕਲ ਕੋਈ ਇਸ਼ੂਜ਼ ਨਾ ਹੋਣ ਤੇ ਪੁਲਿਸ ਕਲੀਅਰੈਂਸ ਉਹਨਾਂ ਦੀ ਜਿਹੜੀ ਹੈਗੀ ਉਹ ਕਲੀਅਰ ਹੋਵੇ। ਸੋ ਅਗਰ ਇਹ ਦੋਨੇ ਚੀਜ਼ਾਂ ਹੈਗੀਆਂ ਨੇ ਦੈਨ ਜ਼ਿਆਦਾ ਕੋਈ ਵੀ ਰਿਕੁਆਇਰਮੈਂਟਸ ਐਪਲੀਕੈਂਟ ਦੀ ਨਹੀਂ ਹੈਗੀ। ਜੌਬ ਕਰ ਰਹੇ ਨੇ ਨਹੀਂ ਕਰ ਰਹੇ, ਔਨ ਅਕਾਊਂਟਸ ਉਹਨਾਂ ਦੇ ਫੰਡਸ ਦੀ ਰਿਕੁਆਇਰਮੈਂਟ ਨਹੀਂ ਹੈਗੀ, ਐਜੂਕੇਸ਼ਨ ਕੀ ਹੈਗੀ ਆ ਉਹ ਵੀ ਜ਼ਿਆਦਾ ਮੈਟਰ ਨਹੀਂ ਕਰਦੀ ਹੈਗੀ। ਸੋ ਨਾਰਮਲੀ ਅਗਰ ਤੁਹਾਡੇ ਜਿਹੜੇ ਸਪਾਂਸਰ ਹੈਗੇ ਨੇ ਉਹ ਐਲੀਜੀਬਲ ਹੈਗੇ ਨੇ ਤੁਹਾਨੂੰ ਬੁਲਾਉਣ ਦੇ ਲਈ, ਫਿਰ ਐਪਲੀਕੈਂਟ ਦੇ ਵੱਲੋਂ ਕੋਈ ਖਾਸ ਰਿਕੁਆਇਰਮੈਂਟ ਨਹੀਂ ਪੈ ਜਾਂਦੀ ਹੈਗੀ। ਹੁਣ ਆਪਾਂ ਇੱਥੇ ਗੱਲ ਕਰਦੇ ਹਾਂ, ਸਟਾਰਟ ਕਰਦੇ ਹਾਂ ਇਨਲੈਂਡ ਦੀ। ਸੋ ਇਨਲੈਂਡ ਦੇ ਵਿੱਚ ਕੀ ਹੈਗਾ ਕਿ ਜਿੱਦਾਂ ਆਪਾਂ ਗੱਲ ਕੀਤੀ ਤੁਸੀਂ ਨਾਲ ਦੀ ਨਾਲ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਸੋ ਕਈ ਇਦਾਂ ਦੇ ਕੇਸਿਸ ਹੁੰਦੇ ਨੇ ਜਦੋਂ ਤੁਹਾਡੇ ਸਪਾਊਸ ਜਿਹੜੇ ਹੈਗੇ ਨੇ ਜਿਹੜੇ ਐਪਲੀਕੈਂਟ ਹੈਗੇ ਨੇ ਕੈਨੇਡਾ 'ਚ ਹੁੰਦੇ ਨੇ, ਬਟ ਉਹਨਾਂ ਦਾ ਸਟੇਟਸ ਨਹੀਂ ਹੁੰਦਾ ਹੈਗਾ। ਸੋ ਮੇਨ ਚੀਜ਼ ਇਹ ਆ ਜਾਂਦੀ ਹੈ ਜਦੋਂ ਸਟੇਟਸ ਨਹੀਂ ਹੁੰਦਾ ਹੈਗਾ ਤਾਂ ਉਹਨਾਂ ਨੂੰ ਡਾਊਟ ਹੁੰਦਾ ਕਿ ਸਾਡੀ ਜਿਹੜੀ ਐਪਲੀਕੇਸ਼ਨ ਹੈਗੀ ਉਹ ਥਰੂ ਹੋਊਗੀ ਨਹੀਂ ਹੋਊਗੀ, ਬਿਕੋਜ਼ ਸਾਡਾ ਸਟੇਟਸ ਨਹੀਂ ਹੈਗਾ। ਸੋ ਸਪਾਊਸਲ ਸਪਾਂਸਰਸ਼ਿਪ ਕਿੱਦਾਂ ਦੀ ਐਪਲੀਕੇਸ਼ਨਸ ਨੇ ਕਿ ਅਗਰ ਤੁਹਾਡਾ ਸਟੇਟਸ ਨਹੀਂ ਵੀ ਹੈਗਾ ਕੈਨੇਡਾ 'ਚ ਤੁਸੀਂ ਅਪਲਾਈ ਕਰ ਸਕਦੇ ਹੋ। ਦ ਓਨਲੀ ਡਿਫਰੈਂਸ ਇਜ਼ ਦੈਟ ਕਿ ਜਦੋਂ ਤੁਸੀਂ ਅਪਲਾਈ ਕਰ ਰਹੇ ਹੋ ਸਪਾਊਸਲ ਸਪਾਂਸਰਸ਼ਿਪ ਇਨਲੈਂਡ, ਤਾਂ ਤੁਹਾਡਾ ਜਿਹੜਾ ਵਰਕ ਪਰਮਿਟ ਦੀ ਐਪਲੀਕੇਸ਼ਨ ਹੈ ਜਿਹੜੀ ਕਿ ਅਦਰਵਾਈਜ਼ ਨਾਲ ਜਾਂਦੀ ਹੈ ਐਪਲੀਕੇਸ਼ਨ ਦੇ, ਉਹ ਤੁਸੀਂ ਨਾਲ ਨਹੀਂ ਲਗਾ ਸਕਦੇ ਹੈਗੇ ਕਿਉਂਕਿ ਤੁਹਾਡਾ ਸਟੇਟਸ ਜਿਹੜਾ ਹੈਗਾ ਹਜੇ ਕਲੀਅਰ ਨਹੀਂ ਹੈਗਾ। ਤੇ ਪਲੱਸ ਜਿਹੜਾ ਤੁਹਾਡਾ ਸਪਾਂਸਰ ਹੈਗਾ ਉਹਦੀ ਐਲੀਜੀਬਿਲਿਟੀ ਹਜੇ ਰਿਵਿਊ ਹੋਣੀ ਹੈ। ਸੋ ਜਦੋਂ ਉਹਦੀ ਐਲੀਜੀਬਿਲਿਟੀ ਰਿਵਿਊ ਹੋ ਜਾਂਦੀ ਹੈ ਤਾਂ ਤੁਸੀਂ ਉਹਨੂੰ ਐਕਸਪਲੇਨ ਕਰ ਦਿੰਦੇ ਕਿ ਤੁਹਾਡਾ ਕਿਉਂ ਸਟੇਟਸ ਨਹੀਂ ਸੀਗਾ, ਤਾਂ ਉਹ ਤੋਂ ਬਾਅਦ ਤੁਸੀਂ ਆਪਣੀ ਵਰਕ ਪਰਮਿਟ ਦੀ ਐਪਲੀਕੇਸ਼ਨ ਲਗਾ ਕੇ ਆਪਣਾ ਸਟੇਟਸ ਲੈ ਸਕਦੇ ਹੋ। ਸੋ ਬੇਸਿਕਲੀ ਜਿੰਨਾ ਕਾਫੀਆਂ ਨੂੰ ਹੁੰਦਾ ਕਿ ਸਾਡਾ ਕੱਲ ਨੂੰ ਸਟੇਟਸ ਹੋਏਗਾ ਨਹੀਂ ਹੋਏਗਾ, ਨੈਚੁਰਲੀ ਜਦੋਂ ਤੁਸੀਂ ਵਿਦਆਊਟ ਸਟੇਟਸ ਕਿਸੇ ਕੰਟਰੀ 'ਚ ਰਹਿ ਰਹੇ ਹੁੰਦੇ ਹੋ ਤੁਹਾਨੂੰ ਤੁਸੀਂ ਹਮੇਸ਼ਾ ਡਾਊਟਫੁਲ ਹੁੰਦੇ ਹੋ। ਸੋ ਇਹ ਐਪਲੀਕੇਸ਼ਨਸ ਹੈਗੀਆਂ ਨੇ ਜਿਹੜੀ ਤੁਸੀਂ ਲਗਾ ਸਕਦੇ ਹੋ ਵਿਦ ਐਨ ਐਕਸਪਲੇਨੇਸ਼ਨ ਕਿ ਤੁਹਾਡਾ ਸਟੇਟਸ ਕਿਉਂ ਨਹੀਂ ਹੈਗਾ, ਤੇ ਬਾਅਦ ਦੇ ਵਿੱਚ ਜੋ ਤੁਹਾਡੀ ਸਪਾਂਸਰ ਦੀ ਐਲੀਜੀਬਿਲਿਟੀ ਕਲੀਅਰ ਹੋ ਜਾਂਦੀ ਹੈ ਤਾਂ ਤੁਸੀਂ ਵਰਕ ਪਰਮਿਟ ਦੀ ਐਪਲੀਕੇਸ਼ਨ ਵੀ ਲਗਾ ਲੈਂਦੇ ਹੋ। ਸਿਰਫ ਜਦੋਂ ਤੁਸੀਂ ਇਹ ਐਪਲੀਕੇਸ਼ਨ ਕਿਉਂਕਿ ਵਰਕ ਪਰਮਿਟ ਦੀ ਬਾਅਦ ਚ ਲਗਾਉਂਦੇ ਹੋ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਉਹ ਥੋੜਾ ਇਨਕਰੀਜ਼ ਹੋ ਜਾਂਦਾ, ਕਿਉਂਕਿ ਅਦਰਵਾਈਜ਼ ਜਿਹੜਾ ਤੁਹਾਡਾ ਵਰਕ ਪਰਮਿਟ ਹੈਗਾ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ 3 ਜਾਂ 4 ਮੰਥਸ ਦੇ ਵਿੱਚ ਇਸ਼ੂ ਹੁੰਦਾ। ਸੋ ਉਹਦੇ ਵਿੱਚ ਜਿਹੜਾ 3 to 4 ਮੰਥਸ ਸਾਨੂੰ ਐਡੀਸ਼ਨਲ ਵੇਟ ਕਰਨੀ ਪੈਂਦੀ ਆ। ਸੋ ਵਿਦਆਊਟ ਅਗਰ ਸਟੇਟਸ ਵੀ ਹੈਗਾ ਤਾਂ ਵੀ ਤੁਸੀਂ ਇਹ ਐਪਲੀਕੇਸ਼ਨਸ ਲਗਾ ਸਕਦੇ ਹੋ, ਕਾਫੀ ਯੂਸਫੁਲ ਹੈਗੀਆਂ ਨੇ। ਜਿਹੜੇ ਸਪਾਊਸ ਇੱਥੇ ਆਉਂਦੇ ਨੇ ਸਪਾਊਸਲ ਸਪਾਂਸਰਸ਼ਿਪ ਦੇ ਉੱਤੇ, ਤੇ ਕੀ ਉਹ ਇੱਥੇ ਆ ਕੇ ਕੰਮ ਕਰਨ ਲਈ ਐਲੀਜੀਬਲ ਹੁੰਦੇ ਨੇ? ਡੈਫੀਨੇਟਲੀ ਉਹ ਇੱਥੇ ਆ ਕੇ ਕੰਮ ਕਰ ਸਕਦੇ ਨੇ ਕਿਉਂਕਿ ਉਹਨਾਂ ਕੋਲ ਪਰਮਨੈਂਟ ਰੈਜ਼ੀਡੈਂਸੀ ਹੁੰਦੀ ਆ। ਸੋ ਉਹਨਾਂ ਕੋਲ ਟਾਈਮ ਲਾਈਕ ਜਿੱਦਾਂ ਆਪਾਂ ਕਹਿੰਦੇ ਨੇ ਕਿ ਰਿਸਟ੍ਰਿਕਸ਼ਨਸ ਕੋਈ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ। ਇੱਥੇ ਹਰ ਤਰ੍ਹਾਂ ਦੇ ਬੈਨੀਫਿਟਸ ਲੈ ਸਕਦੇ ਨੇ, ਮੈਡੀਕਲ ਬੈਨੀਫਿਟਸ ਲੈ ਸਕਦੇ ਨੇ, ਕੰਮ ਕਰ ਸਕਦੇ ਨੇ। ਸੋ ਉਹਨਾਂ ਉੱਪਰ ਕੋਈ ਵੀ ਇਦਾਂ ਦੀ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ। ਅਗਰ ਤੁਹਾਨੂੰ ਇੱਥੇ ਵਰਕ ਪਰਮਿਟ ਵੀ ਮਿਲਦਾ ਇਨਲੈਂਡ ਐਪਲੀਕੇਸ਼ਨਸ ਦੇ ਅੰਡਰ ਤਾਂ ਵੀ ਤੁਹਾਨੂੰ ਇਹ ਹੈਗਾ ਕਿ ਤੁਸੀਂ 40 ਆਵਰਸ ਕੰਮ ਕਰਨਾ, 50 ਆਵਰਸ ਕੰਮ ਕਰਨਾ। ਸੋ ਤੁਸੀਂ ਜਿੰਨਾ ਮਰਜ਼ੀ ਕੰਮ ਕਰਨਾ ਹੈਗਾ ਤੁਸੀਂ ਕਰ ਸਕਦੇ ਹੈਗੇ ਹੋ। ਅੱਜ ਦੀ ਡੇਟ ਦੇ ਵਿੱਚ ਜਿਹੜਾ ਐਪਲੀਕੇਸ਼ਨ ਦਾ ਪ੍ਰੋਸੈਸਿੰਗ ਟਾਈਮ ਹੈਗਾ ਜਾਂ ਉਹ ਵੀ ਕਾਫੀ ਫਾਸਟ ਹੈਗਾ। ਸੋ ਅਗਰ ਆਪਾਂ ਆਊਟਲੈਂਡ ਦੀ ਵੀ ਗੱਲ ਕਰੀਏ ਤਾਂ ਔਨ ਐਨ ਐਵਰੇਜ 6-7 ਮੰਥਸ ਜਾਂ ਇਹ ਤੋਂ ਵੀ ਘੱਟ ਟਾਈਮ ਪੀਰੀਅਡ ਦੇ ਵਿੱਚ ਐਪਲੀਕੇਸ਼ਨਸ ਜਿਹੜੀਆਂ ਹੈਗੀਆਂ ਨੇ ਥਰੂ ਹੋ ਰਹੀਆਂ ਨੇ। ਇਹਦਾ ਰੀਜ਼ਨ ਸਿਰਫ ਇੱਕ ਹੈਗਾ ਕਿ ਅਗਰ ਤੁਹਾਡੀ ਜਿਹੜੀ ਡਾਕੂਮੈਂਟੇਸ਼ਨ ਪਾਰਟ ਹੈਗੀ ਆ ਉਹ ਸਾਰੀ ਕਲੀਅਰ ਹੈਗੀ ਆ, ਤੁਸੀਂ ਜੋ ਤੋਂ ਇਮੀਗ੍ਰੇਸ਼ਨ ਵਾਲੇ ਐਕਸਪੈਕਟ ਕਰ ਰਹੇ ਨੇ ਤੁਸੀਂ ਉਹ ਤੋਂ ਜ਼ਿਆਦਾ ਪ੍ਰੋਵਾਈਡ ਕਰ ਰਹੇ ਹੋ, ਤਾਂ ਉਹਨਾਂ ਨੂੰ ਕੋਈ ਡਾਊਟ ਨਹੀਂ ਰਹਿ ਜਾਂਦਾ ਹੈਗਾ ਤੁਹਾਡੀ ਐਪਲੀਕੇਸ਼ਨਸ ਤੇ। ਕਿਉਂਕਿ ਕੋਈ ਡਾਊਟ ਨਹੀਂ ਰਹਿ ਜਾਂਦਾ ਤਾਂ ਉਹ ਦੁਬਾਰਾ ਕਿਸੇ ਡਾਕੂਮੈਂਟਸ ਦੀ ਮੰਗ ਨਹੀਂ ਕਰਦੇ ਹੈਗੇ, ਤਾਂ ਐਪਲੀਕੇਸ਼ਨ ਦਾ ਪ੍ਰੋਸੈਸ ਕਾਫੀ ਫਾਸਟ ਹੁੰਦਾ। ਬਟ ਅਗਰ ਤੁਹਾਡੀ ਡਾਕੂਮੈਂਟੇਸ਼ਨ ਕੰਪਲੀਟ ਨਹੀਂ ਹੈਗੀ ਤਾਂ ਯੂਜ਼ਲੀ ਇੱਕ ਫਾਈਲ ਨੰਬਰ ਨੂੰ ਇਸ਼ੂ ਹੋਣ ਨੂੰ ਅੱਜ ਦੀ ਡੇਟ 2 to 3 ਮੰਥਸ ਦਾ ਟਾਈਮ ਲੱਗਦਾ ਆ। ਸੋ ਆਫਟਰ 3 ਮੰਥਸ ਤੁਹਾਡੀ ਫਾਈਲ ਜਾਂ ਤਾਂ ਰਿਟਰਨ ਕਰ ਦੇਣਗੇ ਜਾਂ ਤਾਂ ਐਡੀਸ਼ਨਲ ਡਾਕੂਮੈਂਟਸ ਮੰਗਣਗੇ। ਸੋ ਅਗਰ ਤੁਹਾਡੀ ਫਾਈਲ ਰਿਟਰਨ ਕਰਤੀ ਤਾਂ ਡੈਫੀਨਿਟਲੀ ਤੁਹਾਨੂੰ ਆਪਣੀ ਸਾਰੀ ਫਾਈਲ ਦੁਬਾਰਾ ਰੈਡੀ ਕਰਕੇ ਫਿਰ ਸੈਂਡ ਕਰਨੀ ਪੈਣੀ। ਤਾਂ ਦੇਖਿਆ ਜਾਵੇ ਤੁਹਾਡਾ ਅਨਦਰ 6 ਮੰਥਸ 3 ਮੰਥਸ ਜਿਹੜੀ ਫਾਈਲ ਰਿਟਰਨ ਹੋ ਗਈ ਐਂਡ ਐਡੀਸ਼ਨਲ 3 ਮੰਥਸ ਜਦੋਂ ਤੱਕ ਤੁਹਾਡਾ ਫਾਈਲ ਨਹੀਂ ਆਇਆ ਤੁਹਾਡਾ 6
6 ਮੰਥਸ ਇੱਕ ਤਰ੍ਹਾਂ ਵੇਸਟ ਹੋ ਗਏ ਨੇ। ਸੋ ਮੇਨ ਇਹ ਹੈਗਾ ਕਿ ਅਗਰ ਤੁਹਾਨੂੰ ਕਿਤੇ ਵੀ ਥੋੜਾ ਬਹੁਤ ਵੀ ਡਾਊਟ ਹੈਗਾ ਕਿ ਤੁਹਾਡੀ ਐਪਲੀਕੇਸ਼ਨ ਜਿਹੜੀ ਹੈਗੀ ਕਿਸ ਤਰ੍ਹਾਂ ਜਾਣੀ ਚਾਹੀਦੀ ਹੈ, ਸੋ ਬੈਟਰ ਹੁੰਦਾ ਕਿ ਤੁਸੀਂ ਹੈਲਪ ਲੈ ਲਓ ਇੰਸਟੈਡ ਆਫ ਕਿ ਤੁਸੀਂ ਆਪਣਾ ਟਾਈਮ ਐਂਡ ਮਨੀ ਉਸ ਚੀਜ਼ ਦੇ ਵਿੱਚ ਵੇਸਟ ਕਰੋ। ਕਿਉਂਕਿ ਕਾਫੀ ਵਾਰ ਇਦਾਂ ਦੇਖਿਆ ਜਦੋਂ ਕਲਾਇੰਟ ਸਾਡੇ ਕੋਲ ਆਉਂਦੇ ਨੇ, ਕਈ ਵਾਰ ਫੁੱਲ ਐਪਲੀਕੇਸ਼ਨ ਲੈ ਕੇ ਆਉਂਦੇ ਨੇ ਕਿਉਂਕਿ ਸਾਡੀ ਐਪਲੀਕੇਸ਼ਨ ਡਨ ਹੈਗੀ, ਤੁਸੀਂ ਇੱਕ ਵਾਰ ਰਿਵਿਊ ਕਰ ਲਓ ਐਂਡ ਦੈਟ ਅਸੀਂ ਰੈਡੀ ਹੈਗੇ ਆ ਸੈਂਡ ਕਰਨ ਲਈ। ਸੋ ਜਦੋਂ ਦੀ ਐਪਲੀਕੇਸ਼ਨ ਚੈੱਕ ਕਰੀਦੀ ਆ ਤੇ ਉਹਦੇ ਵਿੱਚ ਨੰਬਰ ਆਫ ਮਿਸਟੇਕਸ ਜਾਂ ਕਾਫੀ ਡਾਕੂਮੈਂਟਸ ਇਦਾਂ ਦੇ ਹੁੰਦੇ ਨੇ ਜਿਹੜੇ ਰਿਕੁਆਇਰਡ ਹੁੰਦੇ ਨੇ ਬਟ ਉਹ ਪ੍ਰੋਵਾਈਡ ਨਹੀਂ ਕੀਤੇ ਹੁੰਦੇ ਹੈਗੇ। ਤਾਂ ਜਦੋਂ ਉਹਨੂੰ ਐਕਸਪਲੇਨ ਕਰੀਦਾ ਫਿਰ ਉਹਨਾਂ ਨੂੰ ਹੁੰਦਾ ਕਿ ਨਹੀਂ ਰੀਅਲੀ ਸਾਨੂੰ ਡਾਕੂਮੈਂਟਸ ਚਾਹੀਦੇ ਸੀਗੇ। ਸੋ ਕਾਫੀ ਕੇਸਿਸ ਵਾਪਸ ਵੀ ਆਉਂਦੇ ਨੇ ਇਹ ਚੀਜ਼ਾਂ ਕਰਕੇ। ਸੋ ਬੈਟਰ ਹੈਗਾ ਕਿ ਅਗਰ ਤੁਸੀਂ ਪ੍ਰੋਸੈਸ ਸਟਾਰਟ ਕਰਨਾ ਹੈਗਾ ਆ ਤਾਂ ਤੁਸੀਂ ਪਹਿਲਾਂ ਹੀ ਇੱਕ ਐਡਵਾਈਸ ਲੈ ਕੇ ਹੈਲਪ ਲੈ ਕੇ ਆਪਣਾ ਪ੍ਰੋਸੈਸ ਸਟਾਰਟ ਕਰੋ। ਜਿਵੇਂ ਤੁਸੀਂ ਪ੍ਰੋਸੈਸ ਦੀ ਟਾਈਮਿੰਗ ਦੀ ਵੀ ਗੱਲ ਕੀਤੀ ਹੈ ਤੇ ਕੀ ਇਦਾਂ ਹੁੰਦਾ ਕਿ ਇਹ ਜੇ ਪ੍ਰੋਸੈਸ ਦੇ ਵਿੱਚ ਇੰਟਰਵਿਊਜ਼ ਦੇ ਚਾਂਸਸ ਵਗੈਰਾ ਹੁੰਦੇ ਹੋਣ? ਡੈਫੀਨੇਟਲੀ ਇੰਟਰਵਿਊਜ਼ ਵੀ ਆ ਸਕਦੀਆਂ ਨੇ। ਜਿਹੜੇ ਸੈਕੰਡ ਮੈਰਿਜ ਕੇਸਿਸ ਨੇ ਉਹਨਾਂ ਦੇ ਵਿੱਚ ਫਰਸਟ ਮੈਰਿਜ ਕੇਸਿਸ ਯੂਜ਼ਲੀ ਵਿਦਆਊਟ ਇੰਟਰਵਿਊਜ਼ ਹੁੰਦੇ ਨੇ। ਅਗੇਨ ਅਗਰ ਤੁਹਾਡੀ ਡਾਕੂਮੈਂਟੇਸ਼ਨ ਪ੍ਰੋਪਰ ਹੈਗੀ ਆ। ਸੈਕੰਡ ਮੈਰਿਜ ਕੇਸਿਸ ਦੇ ਵਿੱਚ ਕਾਫੀ ਲਾਈਕ ਆਈ ਵਿਲ ਸੇ ਕਿ ਮੋਸਟ ਆਫ ਦਾ ਕੇਸਿਸ ਦੇ ਵਿੱਚ ਇੰਟਰਵਿਊਜ਼ ਆਉਂਦੀ ਹੈਗੀ ਆ ਤੇ ਉੱਥੇ ਜ਼ਿਆਦਾ ਆਉਣ ਦੇ ਚਾਂਸਸ ਹੈਗੇ ਨੇ ਜਿੱਥੇ ਤੁਹਾਡੀ ਡਿਵੋਰਸ ਤੇ ਸੈਕੰਡ ਮੈਰਿਜ ਦੇ ਵਿੱਚ ਡਿਫਰੈਂਸ ਘੱਟ ਰਿਹਾ ਹੋਵੇ ਤਾਂ ਉੱਥੇ ਉਹਨਾਂ ਨੂੰ ਡਾਊਟ ਹੁੰਦਾ ਕਿ ਮਾਈਟ ਵੀ ਜਿਹੜੀ ਸੈਕੰਡ ਮੈਰਿਜ ਹੈਗੀ ਹੈ ਤੁਸੀਂ ਜਸਟ ਇਸ ਲਈ ਕੀਤੀ ਤਾਂ ਕਿ ਤੁਹਾਡੇ ਜਿਹੜੇ ਸਪਾਊਸ ਹੈਗੇ ਨੇ ਕੈਨੇਡਾ ਆ ਸਕਣ, ਪਰਮਨੈਂਟ ਰੈਜ਼ੀਡੈਂਸੀ ਲੈ ਸਕਣ। ਜਿੱਥੇ ਵੀ ਉਹਨਾਂ ਦੀ ਇੰਟਰਵਿਊ ਆਉਂਦੀ ਆ ਤਾਂ ਉੱਥੇ ਉਹਨਾਂ ਦੀ ਕੰਪੈਟੇਬਿਲਿਟੀ ਦੇਖੀ ਜਾਂਦੀ ਹੈ। ਸੋ ਹਰ ਇੱਕ ਤਰ੍ਹਾਂ ਦਾ ਕੁਐਸਚਨ ਜਿਹਦੇ ਵਿੱਚ ਉਹਨਾਂ ਦੇ ਇੱਕ ਦੂਜੇ ਬਾਰੇ ਹੋਵੇ ਕਿ ਹਾਂ ਉਹ ਕੀ ਕਰਦੇ ਨੇ, ਉਹਨਾਂ ਦੇ ਫੇਵਰਿਟਸ ਚੀਜ਼ਾਂ ਕਿਹੜੀਆਂ ਹੈਗੀਆਂ ਨੇ, ਤੁਹਾਡੇ ਜਿਹੜਾ ਹੋਇਆ ਸੀਗਾ ਤੁਹਾਡੇ ਸਪਾਊਸ ਨੂੰ ਪਤਾ ਹੈਗਾ ਕਿ ਨਹੀਂ ਹੈਗਾ। ਇੱਥੇ ਮੈਂ ਇੱਕ ਕੇਸ ਤੁਹਾਡੇ ਨਾਲ ਡਿਸਕਸ ਕਰਾਂਗੀ। ਸੋ ਇੱਕ ਇੰਟਰਵਿਊ ਸੀਗੀ, ਉਹਦੇ ਵਿੱਚ ਉਹਨਾਂ ਦੇ ਸਪਾਊਸ ਨੂੰ ਪੁੱਛਿਆ ਗਿਆ, ਐਪਲੀਕੈਂਟ ਨੂੰ ਪੁੱਛਿਆ ਗਿਆ ਕਿ ਤੁਹਾਡੇ ਜਿਹੜੇ ਸਪਾਂਸਰ ਸੀ ਉਹਨਾਂ ਦਾ ਪਹਿਲਾਂ ਡਾਈਵੋਰਸ ਹੋਇਆ ਸੋ ਤੁਹਾਨੂੰ ਉਸ ਦੇ ਬਾਰੇ ਕੋਈ ਇਨਫੋਰਮੇਸ਼ਨ ਹੈਗੀ ਆ? ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਉਹਨਾਂ ਦੇ ਪਾਸਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਬਿਕਾਜ਼ ਮੈਂ ਉਹਨਾਂ ਨਾਲ ਆਪਣਾ ਫਿਊਚਰ ਸਪੈਂਡ ਕਰਨਾ। ਉਹਨਾਂ ਨੇ ਉਹਦੀ ਐਪਲੀਕੇਸ਼ਨ ਰਿਜੈਕਟ ਕੀਤੀ ਜਸਟ ਇਸ ਬੇਸ। ਸੋ ਜਦੋਂ ਦੇ GCMS ਨੋਟਸ ਕਢਵਾਏ ਗਏ ਉਹਦੇ ਵਿੱਚ ਕਲੀਅਰਲੀ ਮੈਂਸ਼ਨ ਸੀਗਾ ਕਿ ਐਪਲੀਕੈਂਟ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਪਾਸਟ ਦੇ ਨਾਲ ਉਹਨਾਂ ਨੂੰ ਲੈਣਾ ਦੇਣਾ ਨਹੀਂ ਹੈਗਾ। ਬਟ ਅਗਰ ਤੁਸੀਂ ਕਿਸੇ ਦੇ ਨਾਲ ਆਪਣੀ ਪੂਰੀ ਲਾਈਫ ਸਪੈਂਡ ਕਰਨੀ ਹੈਗੀ ਤਾਂ ਤੁਸੀਂ ਉਹਨਾਂ ਦੇ ਪਾਸਟ ਬਾਰੇ ਕਿਉਂ ਨਹੀਂ ਜਾਣਨਾ ਚਾਹੋਗੇ? ਸੋ ਨੈਚੁਰਲੀ ਤੁਸੀਂ ਇੱਕ ਵਿਆਹ ਦਾ ਡਿਸੀਜਨ ਲਿਆ ਤਾਂ ਤੁਸੀਂ ਕੁਝ ਸੋਚ ਕੇ ਪਾਸਟ ਬਾਰੇ ਸੋਚ ਕੇ ਲਿਆ ਹੋਏਗਾ ਕਿ ਕੀ ਹੋਇਆ ਸੀ ਪਹਿਲਾਂ। ਸੋ ਅਗਰ ਆਪਾਂ ਇੰਟਰਵਿਊ ਟਾਈਮ ਕੋਈ ਵੀ ਇਦਾਂ ਦੀ ਚੀਜ਼ ਕਹਿੰਦੇ ਆ ਜਿੱਥੇ ਵੀਜ਼ਾ ਆਫਿਸਰ ਨੂੰ ਕਿਤੇ ਡਾਊਟ ਹੁੰਦਾ ਤਾਂ ਤੁਹਾਡਾ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ ਰਿਫਿਊਜ਼ ਕਰ ਦਿੰਦੇ ਨੇ। ਇੰਟਰਵਿਊਜ਼ ਸੈਕੰਡ ਮੈਰਿਜ ਕੇਸਿਸ ਦੇ ਵਿੱਚ ਬਹੁਤ ਮੇਨ ਹੈਗੀਆਂ ਨੇ। ਕਾਫੀ ਵਾਰ ਇਦਾਂ ਹੁੰਦਾ ਤੁਹਾਡੀ ਐਪਲੀਕੇਸ਼ਨ ਪ੍ਰੋਪਰ ਹੁੰਦੀ ਹੈ ਤੁਸੀਂ ਬਟ ਐਪਲੀਕੇਸ਼ਨ 'ਚ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਹੁੰਦੀ ਆ ਉਹ ਤੋਂ ਕੰਟਰਾਡਿਕਟਰੀ ਇਨਫੋਰਮੇਸ਼ਨ ਤੁਸੀਂ ਇੰਟਰਵਿਊ ਦੇ ਵਿੱਚ ਦੇ ਦਿੰਦੇ ਹੋ। ਸੋ ਇਦਾਂ ਦੀਆਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਜਦੋਂ ਤੁਹਾਡੀ ਇੰਟਰਵਿਊ ਹੁੰਦੀ ਹੈ। ਜਦੋਂ ਕੋਈ ਕੇਸ ਐਵੇਂ ਦਾ ਰਿਫਿਊਜ਼ ਹੁੰਦਾ, ਰਿਫਿਊਜ਼ਲ ਦੇ ਚਾਂਸਸ ਵੀ ਅਸੀਂ ਦੇਖ ਰਹੇ ਹਾਂ ਕਿ ਅੱਜਕੱਲ ਕਾਫੀ ਜ਼ਿਆਦਾ ਵੱਧ ਰਹੇ ਨੇ। ਕਈ ਵਾਰੀ ਪੂਰੀ ਨੌਲੇਜ ਨਾ ਹੋਣ ਦੇ ਬਾਵਜੂਦ ਜਿਵੇਂ ਤੁਸੀਂ ਦੱਸਿਆ ਕਿ ਕਈ ਵਾਰੀ ਐਪਲੀਕੇਸ਼ਨਸ ਲਗਾ ਦਿੱਤੀ ਜਾਂਦੀ ਆ, ਪ੍ਰੋਪਰ ਪ੍ਰੋਵਾਈਡ ਨਹੀਂ ਕੀਤਾ ਜਾਂਦਾ ਜੋ ਵੀ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ ਤਾਂ ਰਿਫਿਊਜ਼ਲ ਕੇਸਿਸ ਵੀ ਕਾਫੀ ਜ਼ਿਆਦਾ ਵੱਧ ਜਾਂਦੇ ਨੇ। ਅਜਿਹੇ ਵਿੱਚ ਫਿਰ ਕੀ ਕਰਨਾ ਚਾਹੀਦਾ ਕਿ ਉਹ ਦੁਬਾਰਾ ਅਪਲਾਈ ਕਰ ਸਕਦੇ ਨੇ ਜਾਂ ਫਿਰ ਤੁਸੀਂ ਉਹਨਾਂ ਦੀ ਕਿਸੇ ਵੇ ਨਾਲ ਹੈਲਪ ਕਰ ਸਕੋ? ਜਿਹੜੀ ਇਨਲੈਂਡ ਐਪਲੀਕੇਸ਼ਨਸ ਹੁੰਦੀਆਂ ਨੇ ਬੇਸਿਕਲੀ ਅਗਰ ਉਹ ਰਿਫਿਊਜ਼ ਹੋ ਜਾਂਦੀਆਂ ਨੇ ਤਾਂ ਉਹਨਾਂ ਦੇ ਵਿੱਚ ਆਪਾਂ ਨੂੰ ਕੋਈ ਹੋਰ ਅੱਗੇ ਆਪਸ਼ਨ ਨਹੀਂ ਹੁੰਦਾ ਹੈਗਾ। ਆਊਟਲੈਂਡ ਐਪਲੀਕੇਸ਼ਨਸ ਅਗਰ ਰਿਫਿਊਜ਼ ਹੁੰਦੀਆਂ ਨੇ ਤਾਂ ਉਹ ਤੁਹਾਨੂੰ ਅਪੀਲ ਦੀ ਮੌਕਾ ਦਿੰਦੇ ਨੇ ਕਿ ਤੁਸੀਂ ਅਪੀਲ ਕਰ ਸਕਦੇ ਹੋ। ਡਿਪੈਂਡਿੰਗ ਅਪਨ ਦਾ ਕੇਸ ਕਿ ਤੁਹਾਡਾ ਕੇਸ ਕਿੰਨਾ ਸਟਰੋਂਗ ਹੈਗਾ ਦੇਖਿਆ ਜਾਂਦਾ ਕਿ ਆਪਾਂ ਅਪੀਲ ਅਗਰ ਕਰੀਏ ਤਾਂ ਬੈਨੀਫਿਟ ਰਹੇਗਾ ਕਿ ਨਹੀਂ ਰਹੇਗਾ। ਕਿਉਂਕਿ ਅਪੀਲ ਦੀਆਂ ਡੇਟਸ ਵੀ ਅਗਰ ਅੱਜ ਦੀ ਡੇਟ 'ਚ ਦੇਖਿਆ ਜਾਵੇ ਸਾਲ 1.5 ਸਾਲ ਤੱਕ ਦੀਆਂ ਡੇਟਸ ਮਿਲਦੀਆਂ ਨੇ। ਸੋ ਬੇਸਿਕਲੀ ਅਗਰ ਤੁਸੀਂ 1 ਸਾਲ ਆਪਣੀ ਅਪੀਲ ਦੀ ਡੇਟ ਦੇ ਲਈ ਵੇਟ ਕਰ ਰਹੇ ਹੋ ਤਾਂ ਤੁਹਾਡਾ ਜਿਹੜਾ ਕੇਸ ਹੈਗਾ ਇੰਨਾ ਸਟਰੋਂਗ ਇਨਫ ਹੋਣਾ ਚਾਹੀਦਾ ਕਿ ਤੁਹਾਨੂੰ ਪਤਾ ਹੋਵੇ ਅਪੀਲ ਦੇ ਵਿੱਚ ਸਾਡਾ ਕੇਸ ਥਰੂ ਹੋ ਜਾਏਗਾ। ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੇਸ ਨਹੀਂ ਥਰੂ ਹੈਗਾ ਲਾਈਕ ਅਸੀਂ ਯੂਜ਼ਲੀ ਕੇਸ ਦੇ ਸਾਰੇ ਫੈਕਟ ਸਟੱਡੀ ਕਰਕੇ ਅਗਰ ਲੱਗਦਾ ਹੈ ਕਿ ਨਹੀਂ ਸਾਨੂੰ ਅਪੀਲਸ ਨਹੀਂ ਜਾਣਾ ਚਾਹੀਦਾ ਹੈਗਾ, ਕਿਆ ਚਾਂਸਸ ਹੈਗੇ ਨੇ ਕੋਲ ਉਸ ਹਿਸਾਬ ਦੀ ਇਨਫੋਰਮੇਸ਼ਨ ਨਹੀਂ ਪ੍ਰੋਵਾਈਡ ਹੋਏਗੀ, ਰეკਮੈਂਡ ਇਹ ਕੀਤਾ ਜਾਂਦਾ ਹੈਗਾ ਕਿ ਤੁਸੀਂ ਆਪਣਾ ਰੀਅਪਲਾਈ ਕਰ ਲਓ। ਕਿਉਂਕਿ ਰੀਅਪਲਾਈ ਦੇ ਵਿੱਚ ਤੁਸੀਂ ਪ੍ਰੋਪਰ ਉਹਨਾਂ ਦੀ ਫਾਈਲ ਰੈਡੀ ਕਰਕੇ ਦੁਬਾਰਾ ਸੈਂਡ ਕਰ ਦਿਓ, ਚਾਂਸਸ ਹੁੰਦੇ ਨੇ ਕਿ ਤੁਹਾਡੀ ਐਪਲੀਕੇਸ਼ਨ ਥਰੂ ਹੋ ਜਾਏਗੀ। ਠੀਕ ਹੈ। ਸੋ ਡਿਪੈਂਡਿੰਗ ਅਪਨ ਕੇਸ ਟੂ ਕੇਸ ਤੇ ਉਹਨਾਂ ਦੇ ਕੋਲ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਕਿਸ ਤਰ੍ਹਾਂ ਦੇ ਡਾਕੂਮੈਂਟਸ ਹੈਗੇ ਉਹਨਾਂ ਨੂੰ ਸੁਜੈਸਟ ਕੀਤਾ ਜਾਂਦਾ ਕਿ ਤੁਸੀਂ ਅਪੀਲ ਲਈ ਜਾਓ ਨਾ ਜਾਓ। ਅਗਰ ਤੁਸੀਂ ਡੈਫੀਨਿਟਲੀ ਅਪੀਲ ਦਾ ਡਿਸੀਜਨ ਲੈਣੇ ਹੋ ਸੋ ਫਸਟ ਆਫ ਆਲ ਟਾਈਮ ਤੇ ਸੈਕੰਡ ਮਨੀ ਕਾਫੀ ਜ਼ਿਆਦਾ ਇਨਵੋਲਵ ਹੁੰਦੀ ਹੈ। ਤਾਂ ਅਪੀਲ ਤੋਂ ਬਾਅਦ ਵੀ ਤੁਹਾਨੂੰ ਕਨਫਰਮਡ ਨਹੀਂ ਹੈਗਾ ਕਿ ਤੁਹਾਡਾ ਕੇਸ ਥਰੂ ਹੋਊਗਾ ਕਿ ਨਹੀਂ ਹੋਊਗਾ ਤੇ ਉਸ ਤੋਂ ਬਾਅਦ ਤੁਸੀਂ ਦੁਬਾਰਾ ਅਗਰ ਕੇਸ ਲਗਾਉਣੇ ਹੋ ਅਗੇਨ ਤੁਹਾਡਾ ਕਾਫੀ ਟਾਈਮ ਜਾਂਦਾ ਹੈ। ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਦੁਬਾਰਾ ਕੇਸ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਅਪੀਲ ਨਹੀਂ ਕਰਨਾ ਚਾਹੁੰਦੇ, ਕਿੰਨੇ ਕੁ ਟਾਈਮ ਤੱਕ ਤੁਸੀਂ ਜਿਹੜਾ ਹੈ ਡਿਸੀਜਨ ਲੈ ਸਕਦੇ ਹੋ ਕਿ ਤੁਹਾਨੂੰ ਦੁਬਾਰਾ ਅਪੀਲ ਕਰਨੀ ਚਾਹੀਦੀ ਹੈ ਹਜੇ ਕਿ ਨਹੀਂ ਕਰਨੀ ਚਾਹੀਦੀ, ਕਦੋਂ ਤੱਕ ਲਗਾ ਸਕਦੇ ਹਾਂ? ਵੈਲ ਤੁਸੀਂ ਅਗਰ ਆਪਣਾ ਕੇਸ ਜਿਹੜਾ ਹੈਗਾ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਤੁਸੀਂ ਰਾਈਟ ਕਰ ਸਕਦੇ ਹੈਗੇ ਅਗੇਨ ਅਗਰ ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਹੈਗਾ। ਇਹ ਹੋ ਸਕਦਾ ਕਿ ਲਾਸਟ ਟਾਈਮ ਜੋ ਤੁਸੀਂ ਡਾਕੂਮੈਂਟਸ ਲਗਾਏ ਸੀਗੇ ਪ੍ਰੋਪਰ ਨਹੀਂ ਸੀ। ਅਗਰ ਰਿਫਿਊਜ਼ਲ ਕੇਸਿਸ ਹੁੰਦੇ ਨੇ ਤਾਂ ਯੂਜ਼ਲੀ ਅਸੀਂ ਸੁਜੈਸਟ ਕਰਦੇ ਹਾਂ ਕਿ ਪਹਿਲਾਂ ਅਸੀਂ GCMS ਨੋਟਸ ਕਢਵਾਈਏ ਤੇ ਦੇਖੀਏ ਕਿ ਕਿਉਂ ਇਹਨਾਂ ਦਾ ਕੇਸ ਜਿਹੜਾ ਹੈਗਾ ਰਿਫਿਊਜ਼ ਕੀਤਾ ਗਿਆ ਤਾਂ ਉਹ ਚੀਜ਼ਾਂ ਨੂੰ ਅਸੀਂ ਓਵਰਕਮ ਲਾਈਕ ਕਰੀਏ। ਠੀਕ ਹੈ, ਜਿਹੜੇ ਪੁਆਇੰਟਸ ਉਹਨਾਂ ਨੇ ਕੰਸੀਡਰ ਕੀਤੇ ਨੇ। ਸੋ GCMS ਨੋਟਸ ਤੋਂ ਬਾਅਦ ਹੀ ਅਸੀਂ ਕਲੀਅਰ ਕਰਦੇ ਹਾਂ ਕਿ ਓਕੇ ਹੁਣ ਆਪਾਂ ਨੂੰ ਕਿਸ ਤਰ੍ਹਾਂ ਦੀ ਡਾਕੂਮੈਂਟੇਸ਼ਨ ਆਪਾਂ ਨੂੰ ਚਾਹੀਦੀ ਹੈ ਤੇ ਆਪਾਂ ਕਦੋਂ ਜਿਹੜਾ ਹੈਗਾ ਆਪਾਂ ਕੇਸ ਦੁਬਾਰਾ ਲਗਾ ਸਕਦੇ ਹਾਂ। ਸੋ
ਵੈਸੇ ਜਿਸ ਤਰ੍ਹਾਂ ਅਸੀਂ ਕੇਸ ਕੀਤੇ ਨੇ ਦੁਬਾਰਾ ਰੀਅਪਲਾਈ ਕੀਤੇ ਨੇ ਉਹ ਕੇਸ ਥਰੂ ਹੋਏ ਨੇ। ਬਾਕੀ ਇਹ ਹੁੰਦਾ ਕਿ ਜਦੋਂ ਆਪਾਂ ਕਈ ਵਾਰ ਆਪਣਾ ਕੇਸ ਖੁਦ ਲਗਾਉਂਦੇ ਆ ਤਾਂ ਕੁਝ ਚੀਜ਼ਾਂ ਹੈਗੀਆਂ ਨੇ ਅਸੀਂ ਓਵਰਲੁੱਕ ਕਰ ਜਾਂਦੇ ਹਾਂ। ਕਿਉਂਕਿ ਸਾਨੂੰ ਲੱਗਦਾ ਕਿ ਸਾਡਾ ਜਿਹੜਾ ਕੇਸ ਹੈਗਾ ਉਹ ਜੈਨੂਇਨ ਹੈਗਾ। ਯੂਜ਼ਲੀ ਸਾਨੂੰ ਕਲਾਇੰਟਸ ਵੀ ਕਈ ਵਾਰ ਕਹਿੰਦੇ ਨੇ ਕਿ ਅਸੀਂ ਡਾਕੂਮੈਂਟਸ ਮੰਗੀਏ ਦੇ ਵਿੱਚ ਲਾਈਕ ਨਹੀਂ ਸਾਡਾ ਕੇਸ ਜੈਨੂਇਨ ਹੈਗਾ, ਉਹਨਾਂ ਨੇ ਥਰੂ ਸਾਡਾ ਕਰ ਦੇਣਾ ਹੈਗਾ। ਸੋ ਅਸੀਂ ਇਹ ਕਹਿੰਦੇ ਹਾਂ ਕਿ ਤੁਹਾਨੂੰ ਪਤਾ ਤੁਹਾਡਾ ਕੇਸ ਜੈਨੂਇਨ ਹੈਗਾ, ਬਟ ਵੀਜ਼ਾ ਆਫਿਸਰ ਕੋਲ ਨੰਬਰ ਆਫ ਫਾਈਲਸ ਨੇ, ਰਾਈਟ? ਤਾਂ ਉਹਨਾਂ ਨੇ ਤੁਸੀਂ ਜੋ ਉਹਨਾਂ ਨੂੰ ਪੇਸ਼ ਕੀਤਾ, ਪ੍ਰੋਵਾਈਡ ਕੀਤਾ, ਉਹਦੇ ਬੇਸ ਤੇ ਤੁਹਾਡੇ ਕੇਸ ਦਾ ਡਿਸੀਜਨ ਲੈਣਾ। ਸੋ ਬੈਟਰ ਹੁੰਦਾ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈਗੀ ਆਪਣੇ ਡਾਕੂਮੈਂਟੇਸ਼ਨ ਉਹਨਾਂ ਨੂੰ ਪ੍ਰੋਵਾਈਡ ਕਰੋ, ਤਾਂ ਕਿ ਜੋ ਤੁਸੀਂ ਉਹਨਾਂ ਨੂੰ ਫੈਕਟਸ ਦਿਖਾ ਰਹੇ ਹੋ ਉਹਦੇ ਕੇਸ ਬੇਸ ਦੇ ਉੱਪਰ ਉਹ ਤੁਹਾਡਾ ਜਿਹੜਾ ਕੇਸ ਹੈਗਾ ਅੱਗੇ ਥਰੂ ਕਰਨ, ਇੰਸਟੈਡ ਆਫ ਕਿ ਤੁਸੀਂ ਕੀ ਤੁਹਾਨੂੰ ਕੀ ਪਤਾ ਹੈਗਾ। ਨੈਚੁਰਲੀ ਜੇ ਤੁਸੀਂ ਡਾਕੂਮੈਂਟੇਸ਼ਨ ਉਸ ਹਿਸਾਬ ਨਾਲ ਨਹੀਂ ਪ੍ਰੋਵਾਈਡ ਕਰੋਗੇ ਤੁਸੀਂ ਇੰਟਰਵਿਊ 'ਚ ਆ ਜਾਓਗੇ। ਬਿਲਕੁਲ ਇੰਟਰਵਿਊ ਫਿਰ ਉਹ ਚੀਜ਼ ਜੇ ਤੁਸੀਂ ਨਹੀਂ ਉਹਨਾਂ ਨੂੰ ਕੁਝ ਪ੍ਰੋਪਰ ਦੇ ਸਕੇ, ਪ੍ਰੋਵਾਈਡ ਕਰ ਸਕੇ, ਥੋੜੀ ਬਹੁਤ ਇਨਫੋਰਮੇਸ਼ਨ ਇੱਧਰ ਉੱਧਰ ਹੋਗੀ, ਦੈਨ ਅਗੇਨ ਤੁਸੀਂ ਰਿਫਿਊਜ਼ਲ ਦੇ ਕੇਸਿਸ 'ਚ ਆ ਜਾਓਗੇ, ਰਾਈਟ? ਸੋ ਬੈਟਰ ਹੁੰਦਾ ਕਿ ਫਸਟ ਟਾਈਮ 'ਚ ਤੁਸੀਂ ਐਪਲੀਕੇਸ਼ਨ ਸੈਂਡ ਕਰੋ, ਪ੍ਰੋਪਰ ਸੈਂਡ ਕਰੋ। ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਡਾਕੂਮੈਂਟੇਸ਼ਨਸ ਪ੍ਰੋਪਰ ਹੋਣੇ ਚਾਹੀਦੇ, ਇਹਦੇ ਵਿੱਚ ਇੱਕ ਤਾਂ ਹੁੰਦਾ ਹੈ ਕਿ ਬਹੁਤ ਘੱਟ ਟਾਈਮ ਹੁੰਦਾ ਹੈ ਕਿ ਜਿਵੇਂ 15 ਦਿਨ ਲਈ ਗਏ, ਇੰਡੀਆ ਗਏ ਤੇ ਪੇਰੈਂਟਸ ਦੀ ਮਰਜ਼ੀ ਨਾਲ, ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਜ਼ਿਆਦਾ ਟਾਈਮ ਨਹੀਂ ਹੁੰਦਾ ਇੱਕ ਦੂਜੇ ਨੂੰ ਜਾਣਨ ਦਾ, ਜਾਂ ਅਸੀਂ ਕਹਿ ਦਈਏ ਕਿ ਕੋਈ ਸੋਸ਼ਲ ਪ੍ਰੂਫ ਸਾਡੇ ਕੋਲ ਹੋਣ, ਕੋਈ ਮੈਸੇजेस ਟੈਕਸਟ ਵਗੈਰਾ ਹੋਣ, ਤੇ ਇਹੋ ਜਿਹੀਆਂ ਮੈਰਿਜਸ ਦੇ ਵਿੱਚ ਫਿਰ ਕੀ ਕੀਤਾ ਜਾਵੇ? ਦੇਖੋ ਜਿੱਦਾਂ ਹੁਣ ਲਵ ਮੈਰਿਜਸ ਹੋ ਗਈਆਂ ਜਾਂ ਅਰੇਂਜ ਮੈਰਿਜਸ ਹੋ ਗਈਆਂ, ਦੋਨੇ ਡਿਫਰੈਂਟ ਤਰ੍ਹਾਂ ਦੇ ਕੇਸਿਸ ਹੈਗੇ ਨੇ। ਲਵ ਮੈਰਿਜਸ ਨੈਚੁਰਲੀ ਤੁਸੀਂ ਇੱਕ ਆਪਣੇ ਸਪਾਊਸ ਨੂੰ ਕਾਫੀ ਟਾਈਮ ਤੋਂ ਜਾਣਦੇ ਹੋ, ਤੁਹਾਡੇ ਕੋਲ ਸਾਰਾ ਕੁਝ ਹੈਗਾ, ਡਾਕੂਮੈਂਟਸ ਪ੍ਰੋਵਾਈਡ ਕਰੋ। ਅਰੇਂਜ ਮੈਰਿਜਸ ਅਗਰ ਆਪਾਂ ਇੰਡੀਆ ਦੇ ਕੇਸਿਸ ਲਗਾਈਏ ਤਾਂ ਵੀਜ਼ਾ ਆਫਿਸਰਸ ਨੂੰ ਪਤਾ ਇੱਥੇ ਅਰੇਂਜ ਮੈਰਿਜਸ ਹੁੰਦੀਆਂ ਨੇ। ਸੋ ਇਹ ਜਿਹੜਾ ਸਿਨੈਰੀਓ ਹੈਗਾ ਕਾਫੀ ਕਾਮਨ ਹੈਗਾ ਆ। ਬਟ ਉਹ ਅਰੇਂਜ ਮੈਰਿਜ ਤੁਸੀਂ ਸ਼ੋ ਕਿਸ ਤਰ੍ਹਾਂ ਕਰਦੇ ਹੋ ਨਾ ਅੱਗੇ, ਠੀਕ ਹੈ ਨਾ? ਤੁਸੀਂ ਕਿਸ ਡਾਕੂਮੈਂਟੇਸ਼ਨ ਨਾਲ, ਕਿਸ ਇਨਫੋਰਮੇਸ਼ਨ ਨਾਲ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਹੋ। ਨੈਚੁਰਲੀ ਅਗਰ ਤੁਸੀਂ 15 ਦਿਨ ਵੀ ਉੱਥੇ ਰਹੇ ਹੋ, ਕੈਨੇਡਾ ਦੀ ਲਾਈਫ ਅੱਜ ਦੀ ਡੇਟ ਵਿੱਚ ਇਸ ਤਰ੍ਹਾਂ ਹੈਗੀ ਹੈ ਕਿ ਤੁਸੀਂ ਜ਼ਿਆਦਾ ਟਾਈਮ ਆਊਟਸਾਈਡ ਕੈਨੇਡਾ ਨਹੀਂ ਰਹਿ ਸਕਦੇ ਹੈਗੇ। ਮੋਸਟਲੀ ਸਟੂਡੈਂਟਸ ਹੋਣ ਜਾਂ ਪਰਮਨੈਂਟ ਰੈਜ਼ੀਡੈਂਟਸ ਹੋਣ 15-20 ਦਿਨ ਲਗਾ ਕੇ ਵਾਪਸ ਆਉਂਦੇ ਨੇ ਆਫਟਰ ਮੈਰਿਜ। ਬਟ ਉਹ 15-20 ਦਿਨ ਤੁਸੀਂ ਉੱਥੇ ਕਿਸ ਹਿਸਾਬ ਨਾਲ ਸਪੈਂਡ ਕੀਤੇ ਨੇ, ਤੁਸੀਂ ਉਹ ਚੀਜ਼ ਉਹਨਾਂ ਨੂੰ ਸ਼ੋ ਕਰਨੀ ਆ। ਤੇ ਨੈਚੁਰਲੀ ਅਗਰ ਤੁਸੀਂ ਇੰਡੀਆ ਗਏ ਹੋ ਤਾਂ ਇਟ ਮੀਨਸ ਤੁਹਾਡੀ ਮੈਰਿਜ ਦੀ ਗੱਲ ਪਹਿਲਾਂ ਦੀ ਚੱਲਦੀ ਸੀ, ਤਾਂ ਉਹ ਜਿਹੜੀ ਤੁਸੀਂ ਉਹਨਾਂ ਨਾਲ ਚੈਟ ਕਰ ਰਹੇ ਹੋ ਜਾਂ ਤੁਹਾਡੇ ਪੇਰੈਂਟਸ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ, ਤੁਸੀਂ ਉਹ ਚੀਜ਼ ਸ਼ੋ ਕਰ ਸਕਦੇ ਹੋ। ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਜਿਹੜਾ ਹੈਗਾ ਮੇਨ ਰੋਲ ਪਲੇ ਕਰਦਾ ਆ। ਸੋ ਅਗਰ ਤੁਸੀਂ 15 ਦਿਨ ਵੀ ਉੱਥੇ ਸਪੈਂਡ ਕਰਕੇ ਆਏ ਹੋ ਬਟ ਤੁਸੀਂ ਆਪਣੇ ਫੇਸਬੁੱਕ, ਇੰਸਟਾਗ੍ਰਾਮ ਦੇ ਉੱਪਰ ਅਪਡੇਟ ਨਹੀਂ ਕੀਤਾ ਤੁਸੀਂ ਮੈਰਿਡ ਹੈਗੇ ਹੋ, ਤਾਂ ਇੱਥੇ ਕਾਫੀ ਕੁਐਸਚਨਿੰਗ ਹੁੰਦੀ ਆ। ਸੋ ਲਾਈਕ ਹਰ ਜਿਹੜਾ ਦੂਸਰਾ ਬੰਦਾ ਹੈਗਾ ਅੱਜ ਦੀ ਡੇਟ 'ਚ ਫੇਸਬੁੱਕ ਜਾਂ ਇੰਸਟਾਗ੍ਰਾਮ ਯੂਜ਼ ਕਰ ਰਿਹਾ। ਸੋ ਬੇਸਿਕਲੀ ਵੀਜ਼ਾ ਆਫਿਸਰ ਨੂੰ ਇਹ ਹੁੰਦਾ ਕਿ ਅਗਰ ਤੁਸੀਂ ਸੋਸ਼ਲੀ ਇਹ ਚੀਜ਼ ਨੂੰ ਐਡਮਿਟ ਨਹੀਂ ਕਰ ਰਹੇ ਕਿ ਤੁਸੀਂ ਮੈਰਿਡ ਹੈਗੇ ਹੋ ਤਾਂ ਡੈਫੀਨਿਟਲੀ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੋ ਸਕਦੀ ਹੈ ਕਿ ਤੁਸੀਂ ਮੈਰਿਜ ਵੀ ਕਨਵੀਨੀਅੰਸ ਦੇ ਲਈ ਮੈਰਿਜ ਕੀਤੀ ਹੈਗੀ ਤਾਂ ਕੱਲ ਨੂੰ ਇੱਥੇ ਉਹ ਆ ਗਏ ਤਾਂ ਤੁਸੀਂ ਡਾਈਵੋਰਸ ਲੈ ਲਓਗੇ। ਸੋ ਫਸਟ ਆਫ ਆਲ ਇਹ ਸੁਜੈਸ਼ਨ ਹੁੰਦੀ ਹੈ ਕਿ ਅਗਰ ਤੁਸੀਂ ਮੈਰਿਡ ਹੋ ਗਏ ਤਾਂ ਡੈਫੀਨਿਟਲੀ ਇਹ ਚੀਜ਼ਾਂ ਨੂੰ ਤੁਸੀਂ ਅਪਡੇਟ ਕਰੋ ਆਪਣੇ ਪ੍ਰੋਫਾਈਲ ਦੇ ਵਿੱਚ, ਆਪਣੀ ਐਪਲੀਕੇਸ਼ਨ ਦੇ ਵਿੱਚ ਤੁਸੀਂ ਉਹ ਚੀਜ਼ਾਂ ਅਪਡੇਟ ਪ੍ਰੋਵਾਈਡ ਕਰੋ ਕਿ ਸਾਡਾ ਜਿਹੜਾ ਵਿਆਹ ਹੈਗਾ ਸੋਸ਼ਲੀ ਲੋਕਾਂ ਨੂੰ ਪਤਾ ਹੈਗਾ ਆ। ਤਾਂ ਤੁਸੀਂ 15 ਡੇਜ਼ ਜਾਂ 20 ਡੇਜ਼ ਜਾਂ ਤੁਸੀਂ ਉਸ ਐਪਲੀਕੇਸ਼ਨ ਨੂੰ ਕਿਸ ਤਰ੍ਹਾਂ ਪ੍ਰੈਜ਼ੈਂਟ ਕਰਦੇ ਹੋ ਉਹਦੇ ਉੱਪਰ ਮੈਟਰ ਕਰਦਾ ਹੈ ਜ਼ਿਆਦਾ। ਤੇ ਜੇ ਅਸੀਂ ਹੁਣ ਜਿਵੇਂ ਸਟੂਡੈਂਟਸ ਦੀ ਗੱਲ ਕਰੀਏ, ਜਿਹੜੇ ਇੱਥੇ ਸਟੂਡੈਂਟਸ ਆਉਂਦੇ ਨੇ, ਕੀ ਉਹਨਾਂ ਦੇ ਸਪਾਊਸ ਜਿਵੇਂ ਹੈ ਇੱਥੇ ਜਦੋਂ ਸਟੱਡੀ ਵੀਜ਼ਾ ਲਗਾਉਂਦੇ ਨੇ ਨਾਲ ਦੀ ਨਾਲ ਹੀ ਅਪਲਾਈ ਕਰ ਸਕਦੇ ਨੇ ਸਪਾਊਸ ਵੀ ਉਹਨਾਂ ਦੇ, ਜਾਂ ਫਿਰ ਜਿਹੜੇ ਇੱਥੋਂ ਸਟੂਡੈਂਟਸ ਇੱਥੋਂ ਵਾਪਸ ਜਾਂਦੇ ਆ ਵਿਆਹ ਕਰਵਾ ਕੇ ਆਉਂਦੇ ਨੇ ਉਹਨਾਂ ਦੇ ਪ੍ਰੋਸੈਸ ਬਾਰੇ ਥੋੜਾ ਜਿਹਾ ਦੱਸੋਗੇ? ਸ਼ੋਰ ਸਟੂਡੈਂਟਸ ਜਿਹੜੇ ਹੈਗੇ ਨੇ ਆਲਰੇਡੀ ਲਾਈਕ ਜਦੋਂ ਆਪਣੀ ਐਪਲੀਕੇਸ਼ਨ ਲਗਾ ਰਹੇ ਨੇ ਸਟੱਡੀ ਪਰਮਿਟ ਦੀ, ਉਸ ਟਾਈਮ ਨਾਲ ਵੀ ਆਪਣੇ ਸਪਾਊਸ ਦੀ ਐਪਲੀਕੇਸ਼ਨ ਲਗਾ ਸਕਦੇ ਨੇ। ਸੋ ਬੇਸਿਕਲੀ ਰਿਕੁਆਇਰਮੈਂਟਸ ਨਹੀਂ ਹੈਗੀਆਂ ਕਿ ਜਦੋਂ ਸਟੂਡੈਂਟ ਇੱਥੇ ਆ ਜਾਵੇ ਉਹ ਤੋਂ ਬਾਅਦ ਹੀ ਐਪਲੀਕੇਸ਼ਨ ਲਗਾਵੇ। ਅਗੇਨ ਡਿਪੈਂਡ ਕਰਦਾ ਉਹਨਾਂ ਦੀ ਮੈਰਿਜ ਨੂੰ ਕਿੰਨਾ ਟਾਈਮ ਹੋ ਚੁੱਕਿਆ ਆ, ਤੇ ਅਗਰ ਦੋਨੋਂ ਦਾ ਕੇਸ ਸਟਰੋਂਗ ਹੈਗਾ ਆ, ਅਗਰ ਸਟੂਡੈਂਟ ਦਾ ਕੇਸ ਸਟਰੋਂਗ ਹੈਗਾ ਤਾਂ ਤੁਸੀਂ ਨਾਲ ਐਪਲੀਕੇਸ਼ਨ ਲਗਾ ਸਕਦੇ ਹੋ। ਅਦਰਵਾਈਜ਼ ਹੈਗਾ ਕਿ ਤੁਸੀਂ ਜਦੋਂ ਇੱਥੇ ਆ ਚੁੱਕੇ ਨੇ, ਸਟੱਡੀ ਕਰ ਰਹੇ ਨੇ, ਸਟੱਡੀ ਕਰਨ ਤੋਂ ਬਾਅਦ ਐਨਰੋਲਮੈਂਟ ਲੈਟਰ ਦੇ ਨਾਲ ਤੁਸੀਂ ਉਹਨਾਂ ਦੀ ਐਪਲੀਕੇਸ਼ਨ ਲਗਾ ਸਕਦੇ ਹੋ। ਸੋ ਅੱਜ ਦੀ ਡੇਟ ਦੇ ਵਿੱਚ ਕੀ ਹੋ ਰਿਹਾ ਹੈ, ਦੋ ਚੀਜ਼ਾਂ ਦੇ ਉੱਪਰ ਕਾਫੀ ਫੋਕਸ ਕੀਤਾ ਜਾਂਦਾ, ਇੱਕ ਉਹਦੀ ਮੈਰਿਜ ਤੇ ਸੈਕਿੰਡ ਉਹਨਾਂ ਕੋਲ ਫੰਡਸ। ਜਾਂ ਅਗਰ ਫੰਡਸ ਤੁਹਾਡੇ ਬੈਕ ਡੇਟਡ ਹੈਗੇ ਨੇ, ਪੁਰਾਣੇ ਫੰਡਸ ਦਿਖਾ ਰਹੇ ਹੋ, ਤੁਸੀਂ ਫਾਈਨੈਂਸ਼ੀਅਲ ਸਟੇਬਿਲਿਟੀ ਦਿਖਾ ਰਹੇ ਹੋ ਉੱਥੇ, ਤੇ ਪਲੱਸ ਜਿਹੜੀ ਤੁਹਾਡੀ ਮੈਰਿਜ ਦੇ ਡਾਕੂਮੈਂਟਸ ਹੈਗੇ ਨੇ, ਸੋ ਮੋਸਟਲੀ ਜਿੰਨੇ ਆਪਾਂ ਸਪਾਊਸਲ ਸਪਾਂਸਰਸ਼ਿਪ 'ਚ ਡਾਕੂਮੈਂਟਸ ਲਗਾ ਰਹੇ ਹਾਂ ਜਿਹੜੇ 'ਚ ਉਹ ਸਾਰਾ ਕੁਝ ਵਰਕ ਪਰਮਿਟ ਦੇ ਕੇਸਿਸ 'ਚ ਜਾ ਰਿਹਾ। ਸੋ ਅਗਰ ਤੁਹਾਡੇ ਡਾਕੂਮੈਂਟਸ ਜਿਹੜੇ ਹੈਗੇ ਨੇ ਜੈਨੂਇਨ ਹੈਗੇ, ਤੁਹਾਡੀ ਐਪਲੀਕੇਸ਼ਨਸ ਥਰੂ ਹੋ ਰਹੀਆਂ ਨੇ, ਬਟ ਅੱਜ ਦੀ ਡੇਟ ਦੇ ਵਿੱਚ ਓਪਨ ਵਰਕ ਪਰਮਿਟ 'ਚ ਵੀ ਇੰਟਰਵਿਊਜ਼ ਆ ਰਹੀਆਂ ਨੇ। ਸੋ ਉਹੀ ਚੀਜ਼ ਹੈਗੀ ਜਦੋਂ ਆਪਾਂ ਕਹਿੰਦੇ ਕਿਸੇ ਜੋ ਸਾਰੇ ਲੋਕ ਇੱਕ ਐਪਲੀਕੇਸ਼ਨਸ ਵੱਲ ਜਾਂਦੇ ਰਾਈਟ, ਉਹਦੇ ਵਿੱਚ ਫਰਾਡ ਵੀ ਹੁੰਦਾ ਆ। ਸਕਸੈਸ ਰੇਟ ਡੈਫੀਨਿਟਲੀ ਕਾਫੀ ਹਾਈ ਹੈਗਾ ਇਨ ਐਪਲੀਕੇਸ਼ਨਸ ਦਾ, ਬਟ ਫਰਾਡ ਦੇ ਕਰਕੇ ਇੰਟਰਵਿਊਜ਼ ਰਿਜੈਕਸ਼ਨਸ ਆ ਰਹੀਆਂ ਨੇ, ਕਿਉਂਕਿ ਜਿਹੜਾ ਚੀਜ਼ ਆਪਾਂ ਤੋਂ ਸਾਲ ਜਾਂ 2 ਸਾਲ ਪਹਿਲਾਂ ਫੋਲੋ ਕਰ ਰਹੇ ਸੀਗੇ, ਕਈ ਲੋਕ ਅੱਜ ਵੀ ਉਹੀ ਚੀਜ਼ ਫੋਲੋ ਕਰ ਰਹੇ ਹੈਗੇ ਨੇ। ਠੀਕ ਹੈ, ਪਹਿਲਾਂ ਇੱਕ ਮੈਰਿਜ ਨਾਲ ਜਾਂ ਥੋੜੀਆਂ ਫੋਟੋਗ੍ਰਾਫਸ ਨਾਲ ਆਪਾਂ ਕੇਸ ਲਗਾਉਂਦੇ ਸੀਗੇ, ਕਿਉਂਕਿ ਉਸ ਟਾਈਮ ਇਹ ਚੀਜ਼ ਕਾਫੀ ਕਾਮਨ ਨਹੀਂ ਸੀਗੀ, ਤੇ ਅੱਜ ਦੀ ਡੇਟ ਦੇ ਵਿੱਚ ਕਾਫੀ ਕਾਮਨ ਹੋ ਚੁੱਕੇ ਨੇ ਓਪਨ ਵਰਕ ਪਰਮਿਟਸ। ਸੋ ਉੱਥੇ ਵੀਜ਼ਾ ਆਫਿਸਰ ਨੂੰ ਹਮੇਸ਼ਾ ਹੁੰਦਾ ਕਿ ਇਹ ਹੋ ਸਕਦਾ ਕਿ ਕੇਸ ਫਰਾਡ ਹੋਵੇ, ਕਿਉਂਕਿ ਵੀਜ਼ਾ ਆਇਆ ਤੇ ਨਾਲ ਹੀ ਕੁੜੀ ਦਾ ਵਿਆਹ ਹੋ ਗਿਆ, 10 ਦਿਨ ਬਾਅਦ ਕੁੜੀ ਕੈਨੇਡਾ ਆ ਗਈ ਰਾਈਟ, ਤੋਂ ਬਾਅਦ ਹੁਣੇ ਓਪਨ ਵਰਕ ਪਰਮਿਟ ਲਗਾ ਰਹੇ ਨੇ। ਸੋ ਡਿਪੈਂਡ ਤੁਸੀਂ ਆਪਣਾ ਕੇਸ ਕਿਸ ਹਿਸਾਬ ਨਾਲ ਲਗਾ ਰਹੇ ਹੋ।
ਇਹ ਕਾਫੀ ਚੀਜ਼ਾਂ ਮੈਟਰ ਕਰਦੀਆਂ ਨੇ ਤੁਹਾਡੇ ਕੇਸ ਦੇ ਸਕਸੈਸ ਰੇਟ ਦੇ ਉੱਪਰ। ਕੁਝ ਉੱਥੇ ਜਿਸ ਪ੍ਰਕਾਰ ਨਾਲ ਮੈਟਰੀਮੋਨੀਅਲਸ ਨੂੰ ਲੈ ਕੇ ਐਡ ਦਿੱਤੀ ਜਾ ਰਹੀ ਹੈ ਉਹ ਵੀ ਸ਼ਾਇਦ ਕਿਤੇ ਨਾ ਕਿਤੇ ਇੱਥੋਂ ਦੇ ਇਮੀਗ੍ਰੇਸ਼ਨ ਆਫੀਸਰਸ ਦੇ ਕੰਨਾਂ ਤੱਕ ਪਹੁੰਚ ਚੁੱਕੀਆਂ ਨੇ ਜੀ ਗੱਲਾਂ। ਬਿਲਕੁਲ ਜਿਸ ਤਰ੍ਹਾਂ ਇਹ ਚੀਜ਼ਾਂ ਫਰਾਡ ਦੀਆਂ ਕੇਸਿਸ ਪਹਿਲਾਂ ਸਪਾਊਸਲ ਸਪਾਂਸਰਸ਼ਿਪ ਹੁੰਦੇ ਸੀਗੇ, ਉਸ ਟਾਈਮ ਕੰਡੀਸ਼ਨਲ ਪਰਮਨੈਂਟ ਰੈਜ਼ੀਡੈਂਸੀ ਉਹਨਾਂ ਨੇ ਇੰਟਰੋਡਿਊਸ ਕੀਤੀ ਸੀ ਕਿ ਅਗਰ ਤੁਸੀਂ ਆਪਣੇ ਸਪਾਊਸ ਦੇ ਨਾਲ ਸਪਾਂਸਰ ਸਪਾਊਸ ਦੇ ਨਾਲ 2 ਸਾਲ ਰਹਿੰਦੇ ਹੋ ਤਾਂ ਤੁਹਾਡੀ ਜਿਹੜੀ ਪਰਮਨੈਂਟ ਰੈਜ਼ੀਡੈਂਸੀ ਹੈਗੀ ਉਹ ਕਨਫਰਮਡ ਹੋਏਗੀ। ਬਟ ਉਸ ਟਾਈਮ ਕਾਫੀ ਅਬਿਊਜ਼ ਦੇ ਕੇਸਿਸ ਸਾਹਮਣੇ ਆਏ ਸੀ ਜਿਹਦੇ ਕਰਕੇ ਇਹ ਜਿਹੜੀ ਚੀਜ਼ ਹੈਗੀ ਆ ਉਹਨਾਂ ਨੇ ਐਲੀਮੀਨੇਟ ਕਰਤੀ ਸੀਗੀ। ਹੁਣ ਉਹੀ ਚੀਜ਼ ਹੈਗੀ ਆ ਹੁਣ ਸਪਾਊਸਲ ਓਪਨ ਵਰਕ ਪਰਮਿਟਸ ਦੇ ਵਿੱਚ। ਸੋ ਬੇਸਿਕਲੀ ਕਾਫੀ ਇੱਥੇ ਸਪਾਊਸਸ ਇੱਥੇ ਆ ਰਹੇ ਨੇ, ਬਟ ਉਹਨਾਂ ਦੇ ਜਿਹੜੇ ਸਪਾਂਸਰਸ ਹੈਗੇ ਨੇ, ਜਿਹੜੇ ਸਪਾਊਸਸ ਹੈਗੇ ਨੇ, ਉਹ ਕਿਤੇ ਨਾ ਕਿਤੇ ਉਹਨਾਂ ਨੂੰ ਪ੍ਰੋਬਲਮ ਦੇ ਰਹੇ ਨੇ। ਤੇ ਇਹ ਡੈਫੀਨਿਟਲੀ ਵੀਜ਼ਾ ਆਫੀਸਰਸ ਦੇ ਮਾਈਂਡ ਦੇ ਵਿੱਚ ਹੈਗੀ ਆ ਕਿ ਇੱਥੇ ਕੁਝ ਨਾ ਕੁਝ ਪ੍ਰੋਬਲਮਸ ਹੋ ਰਹੀਆਂ ਨੇ ਜਿਹਦੇ ਕਰਕੇ ਹੁਣ ਓਪਨ ਵਰਕ ਪਰਮਿਟ ਦੇ ਕੇਸਿਸ ਦੇ ਵਿੱਚ ਇੰਟਰਵਿਊਜ਼ ਆ ਰਹੀਆਂ ਨੇ ਐਂਡ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਨੇ ਕਿ ਜਿਹੜਾ ਇਹ ਕੇਸ ਹੈਗਾ ਆ ਇਹ ਜੈਨੂਇਨ ਹੈਗਾ ਕਿ ਨਹੀਂ ਹੈਗਾ, ਤਾਂ ਕਿ ਕੱਲ ਨੂੰ ਕੋਈ ਆ ਕੇ ਕਿਸੇ ਨੂੰ ਵੀ ਪ੍ਰੋਬਲਮ ਨਾ ਹੋਵੇ ਚੀਜ਼ਾਂ ਦੇ ਵਿੱਚ। ਬਿਲਕੁਲ, ਤੇ ਸਮਾਂ ਵੀ ਹੁਣ ਲਗਭਗ ਇਜਾਜ਼ਤ ਲੈਣ ਦਾ ਹੋ ਗਿਆ। ਦਰਸ਼ਕਾਂ ਨੂੰ ਕੁਝ ਦੱਸਣਾ ਚਾਹੋਗੇ ਤੁਸੀਂ? ਸ਼ੋਰ, ਮੈਂ ਸਪਾਊਸਲ ਸਪਾਂਸਰਸ਼ਿਪ ਬਾਰੇ ਕਹਿਣਾ ਚਾਹੂੰਗੀ ਕਿ ਇਨ ਕੇਸ ਅਗਰ ਤੁਸੀਂ ਆਪਣੀ ਕੰਟਰੀ ਵਾਪਸ ਜਾ ਰਹੇ ਹੋ ਮੈਰਿਜ ਦੇ ਲਈ ਤਾਂ ਤੁਸੀਂ ਇੱਕ ਵਾਰ ਸਾਨੂੰ ਕੰਸਲਟ ਕਰ ਸਕਦੇ ਹੋ, ਬਿਕਾਜ਼ ਅਗਰ ਤੁਸੀਂ ਆਪਣਾ ਫਰਸਟ ਸਟੈਪ ਹੀ ਪ੍ਰੋਪਰ ਲਓਗੇ ਆਪਣੀ ਐਪਲੀਕੇਸ਼ਨ ਦੇ ਲਈ, ਨੈਚੁਰਲੀ ਤੁਹਾਨੂੰ ਅੱਗੇ ਜਾ ਕੇ ਕੋਈ ਵੀ ਪ੍ਰੋਬਲਮ ਨਹੀਂ ਹੋਏਗੀ। ਤੁਹਾਨੂੰ ਜੋ ਵੀ ਗਾਈਡੈਂਸ ਚਾਹੀਦੀ ਹੈਗੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ। ਐਂਡ ਜਿਹੜੀ ਤੁਹਾਡੀ ਐਪਲੀਕੇਸ਼ਨ ਹੈਗੀ ਤੁਸੀਂ ਇੱਕ ਵਾਰ ਜਦੋਂ ਆਪਣੇ ਬੈਕ ਹੋਮ ਚਲੇ ਜਾਣੇ ਤੁਸੀਂ ਉਹ ਤੋਂ ਸਟਾਰਟ ਕਰਵਾ ਸਕਦੇ ਹੋ, ਬਟ ਜਿਹੜੀ ਤੁਹਾਡੀ ਐਪਲੀਕੇਸ਼ਨ ਹੈਗੀ ਅਗਰ ਤੁਸੀਂ ਪਰਮਨੈਂਟ ਰੈਜ਼ੀਡੈਂਟ ਹੈਗੇ ਉਸ ਟਾਈਮ ਹੀ ਸਬਮਿਟ ਹੋਊਗੀ ਜਦੋਂ ਤੁਸੀਂ ਕੈਨੇਡਾ ਵਾਪਸ ਆ ਜਾਂਦੇ ਹੋ। ਬਟ ਅਗਰ ਤੁਸੀਂ ਸਿਟੀਜ਼ਨ ਹੈਗੇ ਹੋ ਤਾਂ ਤੁਸੀਂ ਬੈਕ ਹੋਮ ਰਹਿੰਦੇ ਵੀ ਆਪਣੀ ਐਪਲੀਕੇਸ਼ਨ ਸਬਮਿਟ ਕਰਵਾ ਸਕਦੇ ਹੋ। ਤੇ ਤੁਸੀਂ ਜ਼ਿਆਦਾ ਇਨਫੋਰਮੇਸ਼ਨ ਲਈ ਤੁਸੀਂ ਮੈਨੂੰ ਆਫਿਸ ਵਿਜ਼ਿਟ ਕਰ ਸਕਦੇ ਹੋ ਜਾਂ ਮੈਨੂੰ ਕੰਟੈਕਟ ਵੀ ਕਰ ਸਕਦੇ ਹੋ। ਬਿਲਕੁਲ ਜੀ, ਤੇ ਬੱਬਲਦੀਪ ਜੀ ਦੇ ਨਾਮ ਦੇ ਨੀਚੇ ਮੈਕਸ ਲਾਈਫ ਇਮੀਗ੍ਰੇਸ਼ਨ ਦਾ ਜਿਹੜਾ ਫੋਨ ਨੰਬਰ ਦਿੱਤਾ ਹੋਇਆ, ਤੁਸੀਂ ਇਹ ਫੋਨ ਨੰਬਰ ਨੋਟ ਕਰ ਲਵੋ। ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਸਟੂਡੀਓ 'ਚ ਆ ਕੇ ਸਾਡੇ ਦਰਸ਼ਕਾਂ ਨੂੰ ਸਪਾਊਸਲ ਸਪਾਂਸਰਸ਼ਿਪ ਬਾਰੇ ਜਾਣਕਾਰੀ ਦੇਣ ਲਈ। ਥੈਂਕ ਯੂ। ਤੇ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਕੋਈ ਹੋਰ ਵੀ ਜਾਣਕਾਰੀ ਚਾਹੀਦੀ ਹੁੰਦੀ ਹੈ ਸਾਨੂੰ ਤੁਸੀਂ ਫੇਸਬੁੱਕ ਤੇ ਵੀ ਕਮੈਂਟ ਕਰ ਸਕਦੇ ਹੋ ਤੇ ਹੇਠ ਲਿਖੇ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। ਇਸ ਪ੍ਰੋਗਰਾਮ ਦੇ ਸਪਾਂਸਰ ਹਨ ਟੋਰਾਂਟੋ, ਵੈਨਕੂਵਰ, ਕੈਲੀਫੋਰਨੀਆ ਤੇ ਨਿਊਯਾਰਕ ਤੋਂ ਛਪਣ ਵਾਲਾ ਹਮਦਰਦ ਅਖਬਾਰ, ਸਮੋਸਾ ਸਵੀਟ ਫੈਕਟਰੀ ਦੇ ਹਰਪਾਲ ਸਿੰਘ ਸੰਧੂ ਅਤੇ ਹਰਮਿੰਦਰ ਸਿੰਘ ਸੰਧੂ, ਲਿਬਰਲ ਆਗੂ ਅਤੇ ਬਿਜ਼ਨਸਮੈਨ ਰਣਜੀਤ ਸਿੰਘ ਦੁਲੇ, ਫਾਰਮਾਸਿਸਟ ਪ੍ਰਭਜੋਤ ਸਿੰਘ ਧਨੋਆ, ਕਿੰਗਡਮ ਟੀਮ ਡੰਪ ਟਰੱਕਾਂ ਵਾਲੇ, ਓਨਟਾਰੀਓ ਟਰਾਂਸਵੇ ਦੇ ਪਰਮਜੀਤ ਸਿੰਘ ਬਾਸੀ, ਟਰਾਂਸਪੋਰਟਰ ਮਨੋਹਰ ਸਿੰਘ ਖਹਿਰਾ ਅਤੇ ਲਵਲੀ ਡੈਕੋਰਸ ਤੇ ਹਰਿੰਦਰ ਮਲਹੰਸ।